ਸਤਿ ਸ੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਦੇ ਨਾਲ। ਮੈਂ ਹਾਂ ਤੁਹਾਡੇ ਨਾਲ ਮਨਦੀਪ ਕੌਰ ਖਾਲਸਾ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਦਾ ਸਾਡੇ ਨਾਲ ਜੁੜਨ ਤੇ ਸਵਾਗਤ ਕਰ ਲੈਂਦੇ ਹਾਂ। ਪ੍ਰੋਫੈਸਰ ਸਾਹਿਬ ਜੀ, ਬਹੁਤ ਸਵਾਗਤ ਹੈ ਜੀ ਆਪ ਜੀ ਦਾ। ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ। ਜੀ ਪ੍ਰੋਫੈਸਰ ਸਾਹਿਬ, ਜੇ ਅਸੀਂ ਸ਼ੁਰੂਆਤ ਅਮਫਾਨ ਤੂਫਾਨ ਤੋਂ ਕਰੀਏ ਤਾਂ ਜੋ ਕਿ ਭਵਿੱਖਬਾਣੀ ਕੀਤੀ ਗਈ ਸੀ ਕਿ ਤੂਫਾਨ ਜਿਹੜਾ ਸੱਚਮੁੱਚ ਹੀ ਬੜੀ ਤੇਜ਼ ਸਪੀਡ ਦੇ ਨਾਲ ਵੱਧ ਰਿਹਾ ਹੈ ਵੈਸਟ ਬੰਗਾਲ ਵੱਲ, ਤਾਂ ਉਹ ਸੱਚਮੁੱਚ ਹੀ ਆਇਆ। 6.5 ਲੱਖ ਜਿਹੜੇ ਲੋਕਾਂ ਨੂੰ ਸੁਰੱਖਿਅਤ NDRF ਟੀਮਾਂ ਵੱਲੋਂ ਕੱਢਿਆ ਗਿਆ ਉੱਥੋਂ, ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ। ਕੁਝ ਲੋਕਾਂ ਦੀ ਜਾਨ ਜਿਹੜੀ ਹੈ ਉਹ ਖਤਰੇ ਵਿੱਚ ਵੀ ਹੈ ਤੇ ਕਈ ਲੋਕਾਂ ਦੀ ਮੌਤ ਹੋਣ ਦੀ ਵੀ ਖਬਰ ਹੈ ਜੀ। ਹਾਂ, ਇਹ ਤਕਰੀਬਨ 10 ਲੋਕ ਪਤਾ ਲੱਗ ਰਿਹਾ ਕਿ ਵੈਸਟ ਬੰਗਾਲ ਦੇ ਵਿੱਚ ਮਾਰੇ ਗਏ ਆ ਅਜੇ। ਹਾਲਾਂਕਿ ਬਹੁਤ ਦੇਰ ਪਹਿਲਾਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਸੀਗੀਆਂ ਮਨਦੀਪ। 41 NDRF ਦੀਆਂ ਟੀਮਾਂ ਉੱਥੇ ਭੇਜੀਆਂ ਗਈਆਂ ਸੀ। ਉੜੀਸਾ ਵਾਲਿਆਂ ਦਾ ਪ੍ਰਬੰਧ ਕਾਫੀ ਠੀਕ ਠਾਕ ਸੀਗਾ। ਵੈਸਟ ਬੰਗਾਲ ਦਾ ਵੀ ਠੀਕ ਸੀ, ਪਰ ਵੈਸਟ ਬੰਗਾਲ 'ਚ ਉਹਦੀ ਵੱਡੀ ਐਂਟਰੀ ਸੀਗੀ। ਕਲਕੱਤਾ ਨੂੰ ਛੂੰਹਦਾ ਹੋਇਆ ਨਾਰਥ ਵੱਲ ਨੂੰ ਗਿਆ। ਔਰ ਖਾਸ ਕਰਕੇ ਜੇ ਤੁਸੀਂ ਬੰਗਲਾਦੇਸ਼ 'ਚ ਦੇਖੋ ਤੇ ਉੱਥੇ ਤੇ ਉਹਨਾਂ ਨੇ ਘੱਟੋ ਘੱਟ 20 ਲੱਖ ਲੋਕਾਂ ਨੂੰ ਸੇਫਰ ਜਗ੍ਹਾ ਦੇ ਉੱਤੇ ਪਹੁੰਚਾਇਆ ਤੇ ਉੱਥੇ ਤਬਾਹੀ ਬੰਗਲਾਦੇਸ਼ ਦੇ ਵਿੱਚ ਜ਼ਿਆਦਾ ਹੋਈ ਹੈ, ਕਿਉਂਕਿ ਵੱਡਾ ਹਿੱਸਾ ਤੂਫਾਨ ਦਾ ਬੰਗਲਾਦੇਸ਼ ਦੇ ਵਿੱਚੋਂ ਦੀ ਲੰਘਿਆ। ਇਹਨੂੰ ਚੱਕਰਵਤੀ ਜਿਹੜੀ ਘੁੰਮਣ ਘੇਰੀ ਵਾਲਾ ਜਿਹੜਾ ਇਹ ਤੂਫਾਨ ਸੀਗਾ, ਔਰ ਉਹਦੇ 'ਚ ਮੀਂਹ ਵਗੈਰਾ ਤੇ ਸਾਰਾ ਕੁਝ ਪੈਂਦਾ ਹੀ ਹੈਗਾ, ਪਰ ਜਿਹੜਾ ਤੂਫਾਨ ਦੀ ਸਪੀਡ ਹੁੰਦੀ ਉਹ ਬੜੀ ਬਹੁਤ ਹੀ ਭਿਆਨਕ ਹੁੰਦੀ ਹੈ, ਜਿਹਦੇ ਅੱਗੇ ਤੁਸੀਂ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਕਿੰਨੀ ਤੇਜ਼ੀ ਨਾਲ ਹਵਾਵਾਂ ਚੱਲਦੀਆਂ, ਦਰਖਤ ਪੱਟੇ ਜਾਂਦੇ ਆ, ਛੱਤਾਂ ਉੱਡ ਜਾਂਦੀਆਂ, ਬੁਰਾ ਹਾਲ ਹੁੰਦਾ ਹੈ। ਟਾਰਨੇਡੋ ਨਹੀਂ ਹੈਗਾ ਕਿ ਜਿਹੜਾ ਸੱਕ ਕਰਦਾ, ਪਰ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਉਹਦੇ ਕਰਕੇ ਜਦੋਂ ਇੱਕ ਪਾਸੇ ਮੀਂਹ ਪੈ ਰਿਹਾ, ਇੱਕ ਪਾਸੇ ਤੇਜ਼ ਹਵਾਵਾਂ ਹੋਣ, ਇੱਕ ਪਾਸੇ ਦਰਖਤ ਡਿੱਗ ਰਹੇ ਆ, ਬਿਜਲੀ ਕੜਕ ਰਹੀ ਆ, ਸਾਰਾ ਕੁਝ ਸਮੁੰਦਰ 'ਚ ਤੂਫਾਨ ਆਇਆ ਪਿਆ, 8-8 ਮੀਟਰ ਉੱਚੀਆਂ ਲਹਿਰਾਂ ਚੱਲ ਰਹੀਆਂ, ਤਾਂ ਉਹ ਹੁੰਦਾ ਤੇ ਬੜਾ ਰੌਚਕ ਵੀ ਹੁੰਦਾ ਤੇ ਡਰਾਉਣਾ ਵੀ ਬਹੁਤ ਹੁੰਦਾ ਤੇ ਭਿਆਨਕ ਵੀ ਬਹੁਤ ਹੁੰਦਾ। ਮੈਂ ਕਿਉਂਕਿ ਥੋੜਾ ਜਿਹਾ 8-10 ਸਾਲ ਸਮੁੰਦਰ ਦੇ ਕਿਨਾਰੇ ਗੋਆ 'ਚ ਰਹਿ ਆਏ ਹਾਂ ਤੇ ਮੈਨੂੰ ਇਹ ਅੰਦਾਜ਼ਾ ਹੈ ਕਿ ਕੀ ਹੁੰਦਾ। ਇਸ ਕਰਕੇ ਚੰਗੀ ਗੱਲ ਹੈ ਕਿ ਉਹਨਾਂ ਮੌਤ ਜਾਂ ਕੋਈ ਉਹ ਜਿਹੜਾ ਜਾਨੀ ਮਾਲ ਦਾ ਨੁਕਸਾਨ ਹੋਣਾ ਸੀ, ਉਹ ਮਾਲ ਦਾ ਤੇ ਬਾਅਦ 'ਚ ਪਤਾ ਲੱਗੂਗਾ, ਜਾਨ ਦਾ ਨੁਕਸਾਨ ਅਸੀਂ ਫਿਰ ਵੀ ਜਿਹੜਾ ਵੱਡੇ ਪੱਧਰ ਤੇ ਨਾਰਮਲੀ ਹੁੰਦਾ ਸੀ ਉਸ ਨੂੰ ਬਚਾ ਲਿਆ ਗਿਆ। ਹੌਲੀ ਹੌਲੀ ਕੱਲ੍ਹ ਤੱਕ ਖਬਰਾਂ ਸਾਰੀਆਂ ਹੋਣਗੀਆਂ, ਕਿਉਂਕਿ ਅਜੇ ਵੀ ਉਹ ਮੇਰਾ ਖਿਆਲ ਤੂਫਾਨ ਦੇ ਵਿੱਚੋਂ ਦੀ ਕਲਕੱਤੇ ਵਾਲੇ ਲੋਕ ਜਾਂ ਜਿਹੜੇ ਬੰਗਾਲ ਵਾਲੇ ਲੋਕ ਅਜੇ ਗੁਜ਼ਰ ਰਹੇ ਆ। ਪਹਿਲਾਂ ਇਹ ਆ ਕੇ ਤੇ ਉੜੀਸਾ ਦੇ ਤੱਟ ਤੇ ਲੱਗਾ ਸੀ ਤੇ ਉਦੋਂ ਬਾਅਦ ਇਹ ਬੰਗਾਲ ਵੱਲ ਨੂੰ ਅੱਗੇ ਵਧਿਆ। ਔਰ ਵਿੰਡ ਦੀ ਸਪੀਡ ਤੁਸੀਂ ਇਮੈਜਿਨ ਕਰੋ, ਉਹ ਤੇ ਕਹਿ ਰਹੇ ਸੀ 185 ਕਿਲੋਮੀਟਰ ਪਰ ਆਵਰ ਤੱਕ ਵੀ ਜਿਹੜੀ ਹਵਾ ਦੀ ਸਪੀਡ ਹੋਊਗੀ, ਪਰ ਮਨਦੀਪ ਥੋੜਾ ਜਿਹਾ ਫਿਰ ਵੀ ਬਚਾ ਰਿਹਾ। ਕੋਈ ਕਹਿ ਰਿਹਾ 130 ਕਿਲੋਮੀਟਰ ਸੀ, ਕੋਈ ਕਹਿ ਰਿਹਾ 160 ਕਿਲੋਮੀਟਰ ਤੱਕ ਚਲੇਗੀ, ਕੋਈ 165 ਵੀ ਦੱਸ ਰਹੇ ਆ ਤੇ ਕੋਈ ਹਾਂ ਸਪੀਡ ਕੋਈ ਵੀ ਹੋਵੇ, ਪਰ ਉਹ ਕਾਫੀ ਭਿਆਨਕ ਤੇ ਕਾਫੀ ਇੱਕ ਜਣੀ ਅਜੇ ਕਰੋਨਾ ਦੇ ਵਿੱਚੋਂ ਅਸੀਂ ਨਿਕਲੇ ਨਹੀਂ, ਉਸ ਸੰਤਾਪ ਚੋਂ ਨਿਕਲੇ ਨਹੀਂ, ਤੇ ਇੱਕ ਇਹ ਨਵਾਂ ਸਾਡੇ ਸਿਰ ਦੇ ਉੱਤੇ ਇੱਕ ਵੱਡਾ ਮੰਡਲਾ ਰਿਹਾ ਸੀ ਖਤਰਾ। ਚਲੋ ਜਿਉਂ ਆਇਆ ਉਂਝ ਚਲਾ ਗਿਆ, ਕਰੋਨਾ ਅਜੇ ਸਿਰ ਤੇ ਖੜਾ ਮੰਦੀ। ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਅਸੀਂ ਅੱਗੇ ਵਧੀਏ ਤਾਂ ਜੇ ਅਸੀਂ ਜੋ ਆਵਾਜਾਈ ਬਹਾਲ ਕੀਤੀ ਗਈ ਹੈ, PRTC ਨੇ ਵੀ ਆਪਣੀਆਂ ਜੋ 80 ਰੂਟਾਂ 'ਤੇ ਬੱਸ ਸੇਵਾ ਜਿਹੜੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਕਈ ਥਾਵਾਂ 'ਤੇ ਬੱਸ ਸਟੈਂਡਾਂ 'ਤੇ ਸਵਾਰੀਆਂ ਅਤੇ ਡਰਾਈਵਰਾਂ ਦੇ ਵਿਚਕਾਰ ਖਿੱਚੋਤਾਣ ਦੀਆਂ ਖਬਰਾਂ ਵੀ ਨੇ, ਕਿਉਂਕਿ ਰੂਟ ਅਜੇ ਤੈਅ ਨਹੀਂ ਕੀਤੇ ਗਏ। ਸਵਾਰੀਆਂ ਦੇ ਹਿਸਾਬ ਨਾਲ ਬੱਸਾਂ ਦੇ ਰੂਟਾਂ ਵਿੱਚ ਤਬਦੀਲੀ ਕਰ ਲਈ ਜਾਂਦੀ ਹੈ ਕਿ ਜਿੱਥੇ ਜ਼ਿਆਦਾ ਸਵਾਰੀਆਂ ਨੇ ਬੱਸ ਉੱਧਰ ਨੂੰ ਤੋੜ ਦਿੱਤੀ ਜਾਂਦੀ ਹੈ। ਤਾਂ ਕਾਫੀ ਇਹੋ ਜਿਹੀਆਂ ਖਬਰਾਂ ਵੀ ਸਾਹਮਣੇ ਆਈਆਂ, ਪਰ ਫਿਰ ਵੀ ਜਿਹੜੀ ਬੱਸ ਸੇਵਾ ਸ਼ੁਰੂ ਤਾਂ ਹੋ ਗਈ ਹੈ। ਨਾਲ ਹੀ ਸਾਡੇ ਜਿਹੜੇ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ, ਉਹਨਾਂ ਨੇ ਕਿਹਾ ਹੈ ਕਿ 25 ਮਈ ਤੋਂ ਹੁਣ ਡੋਮੈਸਟਿਕ ਫਲਾਈਟ ਵੀ ਸ਼ੁਰੂ ਹੋ ਜਾਣਗੀਆਂ। ਹਾਂ, ਉਹ ਮੰਤਰੀ ਤੇ ਹਵਾਬਾਜੀ ਆ, ਗੱਲਾਂ ਨਹੀਂ ਹਵਾਬਾਜੀ। ਹਵਾ ਗੱਲ ਉਹਨਾਂ ਦੀ ਪੱਕੀ ਆ, ਠੀਕ ਹੈ, ਹਵਾਬਾਜੀ ਵਾਲੀ ਨਹੀਂ ਹੈਗੀ। ਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ 25 ਤਰੀਕ ਨੂੰ ਫਲਾਈਟਾਂ ਜਿਹੜੀਆਂ ਸੱਚੀ ਮੁੱਚੀ ਸ਼ੁਰੂ ਕਰ ਰਹੇ ਹਾਂ, ਤੇ ਉਹਦੇ 'ਚ ਲੋਕਾਂ ਨੂੰ ਵੀ ਚਿੰਤਾ ਲੱਗੀ ਆ ਕਿ ਫਲਾਈਟ ਤੇ ਵੈਸੇ ਹੀ ਦਰਕ ਕੱਢ ਦਿੰਦੀ, ਜ਼ਿਆਦਾ ਪੈਸੇ ਹੁੰਦੇ ਆ ਉਹਦੇ ਤੇ ਗੱਡੀ ਦੇ ਬੱਸ ਦੇ ਮੁਕਾਬਲੇ। ਵੀ ਹੁਣ ਜੇ ਤੁਸੀਂ ਖਾਲੀ ਕਰਕੇ ਵਿੱਚੋਂ ਹਵਾਈ ਜਹਾਜ਼ ਨੂੰ ਥੋੜ੍ਹਾ ਜਿਹਾ ਚਲਾਉਣਾ ਤਾਂ ਫਿਰ ਸਾਡੀ ਕਿੰਨਾ ਕੁ ਖਰਚਾ ਆਊ। ਉਹ ਕਹਿੰਦੇ ਤੁਹਾਨੂੰ ਦੱਸ ਦਿੰਦੇ, ਬਹੁਤਾ ਨਾ ਕਾਲਾ ਪਾਓ, ਇਹ ਨਹੀਂ ਹੋਊਗਾ ਕਿ 10 ਗੁਣਾ ਵਧਾ ਦਾਂਗੇ, ਇਹਦਾ ਮਤਲਬ 2 ਗੁਣਾ ਤੇ ਵਧਾ ਹੀ ਦੇਣਗੇ। ਇਹ ਜਿਹੜਾ ਪੁਰੀ ਸਾਹਿਬ ਨੇ ਹਵਾਈ ਜਿਹੜੇ ਮੰਤਰੀ ਆ ਉਹਨਾਂ ਨੇ ਗੱਲ ਕਹੀ ਹੈ। ਇਸ ਕਰਕੇ ਇਹ ਤੇ ਠੀਕ ਹੈ ਕਿ ਇੱਕ ਜਿਹੜੇ ਬਿਜ਼ਨਸਮੈਨ ਆ ਜਾਂ ਪੈਸੇ ਵਾਲੇ ਲੋਕ ਆ, ਜਿਹੜੇ ਸੁੱਖ ਸਹੂਲਤ ਮਾਣਨਾ ਚਾਹੁੰਦੇ ਆ, ਜਿਹੜੇ ਪੈਦਲ ਰਿਕਸ਼ਿਆਂ ਦੇ ਉੱਤੇ ਜਾਂ ਪੈਦਲ ਨਹੀਂ ਕਿਤੇ ਜਾਂਦੇ ਕਦੇ ਵੀ, ਨਾ ਉਹਨਾਂ ਨੂੰ ਜਾਣ ਦਾ ਜ਼ਿੰਦਗੀ 'ਚ ਮੌਕਾ ਲੱਗਦਾ ਕਿਉਂਕਿ ਪੈਸਾ ਹੁੰਦਾ ਆ, ਤੇ ਉਹਨਾਂ ਲਈ ਇਹ ਕਾਫੀ ਤਕਲੀਫ ਸੀਗੀ। ਇਹ ਖੁੱਲ੍ਹ ਜਾਣ ਦੇ ਨਾਲ ਇਹ ਵੀ 100 ਥੋੜ੍ਹੀਆਂ ਨਹੀਂ ਹੈ, ਤੀਜਾ ਹਿੱਸਾ ਫਲਾਈਟਾਂ ਜਿਹੜੀਆਂ ਖੁੱਲ੍ਹ ਜਾਣੀਆਂ ਆ,
ਤੇ ਕਾਫੀ 30-35% ਫਲਾਈਟਾਂ ਜਿਹੜੀਆਂ ਉਹ ਖੁੱਲ ਜਾਣਗੀਆਂ ਤੇ ਇਹਦੇ ਨਾਲ ਇੱਕ ਰਾਹਤ ਮਿਲੂਗੀ। ਪਰ ਨਾਲ ਨਾਲ ਜਿਹੜਾ ਰਿਸਕ ਜ਼ਰੂਰ ਹੈ, ਹਾਲਾਂਕਿ ਇਸ ਗੱਲ ਦਾ ਪੂਰਾ ਧਿਆਨ ਰੱਖ ਰਿਹਾ ਕਿ PPE ਕਿਟਸ ਪਾਈਆਂ ਜਾਣ, ਮਾਸਕ ਪਾਇਆ ਜਾਣ, ਸਕੈਨਿੰਗ ਕੀਤੀ ਜਾਏ, ਡਿਸਟੈਂਸ ਰੱਖਿਆ ਜਾਏ। ਇੱਕ ਸੀਟ ਕਹਿੰਦੇ ਵਿੱਚੋਂ ਪਹਿਲਾਂ ਖਾਲੀ ਰੱਖਣੀ ਸੀ, ਬਾਅਦ 'ਚ ਗੱਲ ਆਈ ਕਿ ਨਹੀਂ ਜੀ ਖਰਚਾ ਨਹੀਂ ਪੂਰਾ ਹੋਣਾ ਤੇ ਉਹ ਸੀਟ ਇੱਕ ਵਿੱਚੋਂ ਹੋਰ ਘਟਾਉਣਗੇ, ਖਾਲੀ ਜਿਹੜੀ ਹੋਊਗੀ ਉਹਨੂੰ ਭਰਨਗੇ, ਜਾਣੀ ਕਿ ਇਸ ਕਿਸਮ ਦੀਆਂ ਚੱਲ ਰਹੀਆਂ ਆ। ਪਰ ਚਲੋ ਡਰਿਆਂ ਵੀ ਘਰ ਕਿਤਨਾ ਕੁ ਬਹਿਣਾ ਸੀਗਾ, ਕੁਛ ਨਾ ਕੁਛ ਤੇ ਸ਼ੁਰੂ ਕਰਨਾ ਹੀ ਪੈਣਾ ਸੀ। ਦੇਸ਼ ਬਹੁਤ ਵੱਡਾ ਆ ਸਾਡਾ, ਬੜਾ ਫੈਲਿਆ ਹੋਇਆ ਦੇਸ਼ ਆ, ਬਹੁਤ ਆਬਾਦੀ ਆ, ਜੀ ਬੜੀ ਵੱਡੀ ਅਰਥ ਵਿਵਸਥਾ ਆ। ਜੇ ਇਹ ਸਾਰਾ ਕੁਝ ਚੱਲਦਾ ਨਹੀਂ ਹੈਗਾ, ਇਹ ਕੋਈ ਸਹੂਲਤ ਨਹੀਂ ਹੈਗੀ, ਸਰਕਾਰ ਵੀ ਡੁੱਬਦੀ ਜਾਂਦੀ ਹੈ। ਤੇਲ ਖਰਚਾ ਆਊਗਾ, ਸਰਕਾਰ ਨੂੰ ਪੈਸੇ ਬਣਨੇ ਆ, ਇਸ ਕਰਕੇ ਸਰਕਾਰ ਭੁੱਖੀ ਮਰ ਰਹੀ ਆ। ਇਸ ਕਰਕੇ ਵੀ ਇਹ ਸਾਰਾ ਕੁਝ ਚਲਾਉਣਾ ਪੈ ਰਿਹਾ ਤੇ ਇਸ ਗੱਲ ਦੀ ਪੂਰੀ ਜਿਹਨੂੰ ਵੀ ਵਧਾਈ ਤੇ ਲੋਕਾਂ ਨੂੰ ਵੀ ਖੁਸ਼ੀ ਦੀ ਗੱਲ ਆ। ਪਰ ਲੋਕਾਂ ਦੇ ਮਨ ਅੰਦਰ ਇੱਕ ਦਹਿਸ਼ਤ ਤੇ ਇੱਕ ਹਮੇਸ਼ਾ ਭੈ ਤੇ ਡਰ ਤੇ ਹੈ ਹੀ ਆ ਕਿ ਕਿਉਂਕਿ ਪਹਿਲਾਂ ਵੀ ਕਰੋਨਾ ਜਹਾਜ਼ਾਂ ਤੇ ਆਇਆ, ਹੁਣ ਜਹਾਜ਼ਾਂ ਤੇ ਫੇਰ ਕੋਈ ਇਹ ਨਵਾਂ, ਭਾਵੇਂ ਉਹ ਸਮੁੰਦਰੀ ਜਹਾਜ਼ ਸੀ ਭਾਵੇਂ ਉਹ ਹਵਾਈ ਜਹਾਜ਼ ਸੀ, ਉਹਨਾਂ 'ਚ ਜ਼ਿਆਦਾ ਇਹ ਫੈਲਿਆ ਕਿ ਹੁਣ ਇਹ ਸਾਰਾ ਇਹਤਿਆਤ ਰੱਖਣ ਦੇ ਬਾਵਜੂਦ ਵੀ ਕੀ ਅਸੀਂ ਕਰੋਨਾ ਦੇ ਦੁਬਾਰਾ ਵੱਡੇ ਪੱਧਰ ਤੇ ਫੈਲਾਅ ਨਹੀਂ ਕਰ ਦਾਂਗੇ, ਵਿਕਟਮ ਤੇ ਨਹੀਂ ਹੋ ਜਾਾਂਗੇ, ਇਸ ਗੱਲ ਦੀ ਸ਼ੰਕਾ ਤੇ ਬਣੀ ਰਹੂਗੀ ਮਨਦੀਪ। ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਅਸੀਂ ਪੰਜਾਬ ਦੀ ਸਿਆਸਤ ਵੱਲ ਆਈਏ ਤਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸ਼ਾਹੀ ਲੰਚ ਤੇ ਸੱਦਿਆ ਜੀ ਜਿਹੜੇ ਬਾਗੀ ਵਿਧਾਇਕ ਉਹਨਾਂ ਦੇ ਖਿਲਾਫ ਜਿਹੜੇ ਬਾਗੀ ਸੁਰਾਂ ਉਠਾ ਰਹੇ ਸੀ, ਤੇ ਤੁਹਾਨੂੰ ਕੀ ਲੱਗਦਾ ਕਿ ਹੁਣ ਸ਼ਾਹੀ ਲੰਚ ਤੇ ਜਿਹੜਾ ਇਹ ਬਾਗੀ ਸੁਰਾਂ ਮੱਠੀਆਂ ਹੋ ਜਾਣਗੀਆਂ? ਇਹ ਤੁਹਾਨੂੰ ਪਤਾ ਕਿ ਅੱਗੇ ਵੀ ਇਹ ਅਮਰਿੰਦਰ ਸਿੰਘ ਹੁਣੀ ਉਹਨਾਂ ਦਾ ਇੱਕ ਤਰੀਕਾ ਆ ਰਾਜ ਕਰਨ ਦਾ, ਜਾਣੀ ਸਰਕਾਰ ਚਲਾਉਣ ਦਾ, ਕਿ ਜਦੋਂ ਕੋਈ ਇਹੋ ਜਿਹਾ ਰੌਲਾ ਰੱਪਾ ਜਿਹਾ ਪੈਂਦਾ ਤੇ ਰਾਜੇ ਇੰਝ ਹੀ ਕਰਦੇ ਸੀਗੇ ਵੀ ਚਲੋ ਬੁਲਾਓ ਪਬਲਿਕ ਨੂੰ, ਜਨਤਾ ਨੂੰ ਬੁਲਾਓ, ਤੇ ਜਨਤਾ ਆ ਜਾਂਦੀ ਆ ਉੱਥੇ ਬਿਲਕੁਲ ਇੰਝ ਹੀ ਜਾ ਕੇ ਉਹਨਾਂ ਦੇ ਬਹਿੰਦੇ ਸਾਹਮਣੇ ਜਿਵੇਂ ਰਾਜੇ ਦੇ ਸਾਹਮਣੇ ਬੈਠੇ ਹੁੰਦੇ ਆ। ਤੇ ਮੈਨੂੰ ਤਾਂ ਬੜੀ ਹੈਰਾਨੀ ਹੋਈ ਕਿ ਅਜੇ ਵੀ ਕੈਪਟਨ ਸਾਹਿਬ ਜਦੋਂ ਉੱਥੇ ਆਪਣੇ ਮੋਤੀ ਮਹਿਲ ਦੇ ਵਿੱਚ ਹੁੰਦੇ, ਜਦੋਂ ਸਵੇਰੇ ਉਹ ਥੱਲੇ ਆਉਂਦੇ ਲੋਕਾਂ ਨੂੰ ਮਿਲਣੀ, ਉਸੇ ਤਰ੍ਹਾਂ ਹੀ ਘੰਟੀ ਘੁੰਟੀ ਵੱਜਦੀ ਆ, ਬਾਮਲਾ ਜਾਂ ਹੋਸ਼ਿਆਰ, ਸਾਰਾ ਕੁਝ ਉਸ ਤਰ੍ਹਾਂ ਹੀ ਹੁੰਦਾ। ਤੇ ਇਸ ਕਰਕੇ ਅਮਰਿੰਦਰ ਸਿੰਘ ਇਕੱਲੇ ਚੀਫ ਮਿਨਿਸਟਰ ਨਹੀਂ, ਰਾਜੇ ਵੀ ਹੈਗੇ ਆ ਤੇ ਕੈਪਟਨ ਵੀ ਹੈਗੇ ਆ, ਤੇ ਇਸ ਕਰਕੇ ਕਾਫੀ ਉਹਨਾਂ ਦੇ ਕੈਪ ਦੇ ਵਿੱਚ ਅਲੱਗ-ਅਲੱਗ ਕਿਸਮ ਦੇ ਫਾਇਦੇ ਰਿਹਾ। ਇਹ ਇਡੀਓਮੈਟਿਕ ਸ਼ਬਦ ਹੈਗੇ ਆ, ਕਿਤੇ ਇਹ ਨਾ ਸਮਝ ਲਿਓ ਕਿ ਸਿੱਖ ਨੂੰ ਕੈਪ ਕਹਿ ਦਿੱਤਾ। ਇਹ ਜਿਹੜੀ ਕੱਲ ਮੀਟਿੰਗ ਹੋਈ ਆ, ਮੈਨੂੰ ਥੋੜੀ ਜਿਹੀ ਇਸ ਗੱਲ ਦਾ ਬੜਾ, ਤੁਹਾਨੂੰ ਵੀ ਹੈਰਾਨੀ ਹੁੰਦੀ ਹੋਊਗੀ ਕਿ ਘਰੋਂ ਬੈਠ ਕੇ ਮੀਟਿੰਗਾਂ ਕਰਦੇ ਆ ਉਹ। ਇੱਕ ਕੋਈ ਬਾਹਰ ਸਿਸਮਾਂ ਵੱਲ ਕੋਈ ਘਰ ਹੈਗਾ, ਕਹਿੰਦੇ ਚੰਗੀ ਤਕੜੀ ਕੋਠੀ ਬਣਾਈ ਆ ਤੇ ਉੱਥੋਂ ਬੈਠ ਕੇ ਸਰਕਾਰ ਚੱਲ ਰਹੀ ਆ। ਭਈ ਇਹ ਸੈਕਟਰੀਏਟ ਕਾਹਦੀ ਆ, ਇਹਨੂੰ ਫਿਰ ਕਿਰਾਏ ਤੇ ਦੇ ਦਿਓ ਜਾਂ ਹਰਿਆਣੇ ਨੂੰ ਸਾਰਾ ਦੇ ਦਿਓ। ਜੇ ਤੁਸੀਂ ਸਰਕਾਰਾਂ ਘਰਾਂ ਤੋਂ ਬਹਿ ਕੇ ਚਲਾਉਣੀਆਂ, ਤੁਸੀਂ ਆਪਣੇ ਚੀਫ ਮਿਨਿਸਟਰ ਦੇ ਦਫ਼ਤਰ ਆ ਕਿਉਂ ਨਹੀਂ ਆਉਂਦੇ? ਜੇ ਤੁਸੀਂ ਆਓਗੇ 4 ਮਿਨਿਸਟਰ ਵੀ ਆਉਣਗੇ, 4 ਲੋਕ ਵੀ ਤੁਹਾਡਾ ਮੂੰਹ ਦੇਖਣਗੇ। ਤੁਸੀਂ ਘਰ 'ਚ ਬਹਿ ਕੇ ਆਪਣਾ ਚਾਰੇ ਪਾਸੇ ਨਾਕਾਬੰਦੀ ਕਰਕੇ ਬੈਠ ਜਾਂਦੇ ਆ ਤੇ ਉੱਥੇ ਹੀ ਲੰਚ ਹੁੰਦਾ, ਉੱਥੇ ਹੀ ਜੋ ਵੀ ਤੁਹਾਨੂੰ ਪਤਾ ਹੈ ਲੰਚ ਕਿਤੇ ਬਿਲਕੁਲ ਸਧਾਰਨ ਤੇ ਹੁੰਦਾ ਨਹੀਂ ਰਾਜਿਆਂ ਦਾ, ਤੇ ਸਾਰੇ ਖਾ ਪੀ ਕੇ ਮੂੰਹ ਸਾਰਿਆਂ ਦਾ ਸਲੂਣਾ ਕਰਕੇ ਤੋੜ ਦਿੰਦੇ ਆ। ਹੁਣ ਉਹ ਜਿਹੜਾ ਗੁੱਸਾ ਸੀਗਾ ਉਹ ਤੇ ਰੋਟੀ ਵੱਲ ਨੂੰ ਜ਼ਿਆਦਾ ਹੋ ਗਿਆ। ਪਰ ਕਈਆਂ ਨੇ ਫਿਰ ਵੀ, ਜਿਸ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਨੇ, ਮਨਦੀਪ ਮੈਨੂੰ ਕੁਝ ਲੱਗ ਰਿਹਾ ਤੁਸੀਂ ਕਹਿਣਾ ਚਾਹੁੰਦੇ ਜ਼ਰੂਰ ਕਿਉਂ, ਪਰ ਮੈਂ ਗੱਲ ਇੰਨੀ ਕਹਿ ਕੇ ਖਤਮ ਕਰਦਾ ਕਿ ਗੁੱਸੇ ਨੂੰ ਥੋੜਾ ਬਹੁਤ ਤੇ ਉਹਨਾਂ ਨੇ ਲਗਾਮ ਪਾਈ ਆ, ਪਰ ਬਹੁਤ ਜ਼ਿਆਦਾ ਮਾਈਲਡ ਨਹੀਂ ਹੋ ਪਾਇਆ, ਕਿਉਂਕਿ ਫਿਰ ਵੀ ਬੇਸਿਕ ਗੱਲਾਂ ਹੈਗੀਆਂ। ਜਿਸ ਤਰ੍ਹਾਂ ਚੰਨੀ ਸਾਹਿਬ ਨਹੀਂ ਗਏ, ਇਸੇ ਤਰੀਕੇ ਨਾਲ ਫਾਈਨੈਂਸ ਮਿਨਿਸਟਰ ਨਹੀਂ ਗਏ, ਸੁਖਜਿੰਦਰ ਸਿੰਘ ਰੰਧਾਵਾ ਜ਼ਰੂਰ ਚਲੇ ਗਏ ਸੀ, ਉਹਨਾਂ ਨੇ ਆਪਣੀਆਂ ਕਹਿਣ ਦੀਆਂ ਵੀ ਕੋਸ਼ਿਸ਼ ਕੀਤੀਆਂ। ਇਸ ਤਰ੍ਹਾਂ ਜਿਹੜੇ ਦੂਜੇ ਸਾਡੇ ਬਾਗੀ ਸਰਦਾਰ ਪ੍ਰਗਟ ਸਿੰਘ ਜੀ, ਉਹਨਾਂ ਨੇ ਵੀ ਆਪਣਾ ਗੋਲ ਕਰਨ ਦੀ ਕੋਸ਼ਿਸ਼ ਕੀਤੀ। 2 ਵਾਰੀ ਉਹਨਾਂ ਨੇ ਮਸਲਾ ਉਠਾਉਣ ਦੀ ਕੋਸ਼ਿਸ਼ ਕੀਤੀ, ਕਿਹੜਾ ਬਰਗਾੜੀ ਵਾਲਾ, ਉਹ ਇਸ ਗੱਲ ਤੇ ਬੜੇ ਹਮੇਸ਼ਾ ਚਿੰਤਤ ਵੀ ਰਹਿੰਦੇ ਆ ਔਰ ਬੜੇ ਆਪਣੇ ਜ਼ੋਰ ਦੇ ਢੰਗ ਨਾਲ ਇਸ ਗੱਲ ਨੂੰ ਉਹਨਾਂ ਦੇ ਸਾਹਮਣੇ ਰੱਖਣ ਦੀ 2 ਵਾਰੀ ਕੋਸ਼ਿਸ਼ ਕੀਤੀ, ਪਰ ਉਹ ਗੱਲ ਬਹੁਤੀ ਚੱਲ ਨਹੀਂ ਸਕੀ, ਆਊਂ ਗਊਂ ਜੀ ਹੋ ਗਈ। ਇਸ ਕਰਕੇ ਇਹ ਵੀ ਤਾਂ ਚੀਫ ਮਿਨਿਸਟਰ ਦੇ ਵੀ ਮਨ 'ਚ ਹੁੰਦਾ ਨਾ ਕਿ ਕਿਹਦੀ ਗੱਲ ਸੁਣਨੀ ਆ, ਕਿਹਦੀ ਗੱਲ ਨਹੀਂ ਸੁਣਨੀ, ਉਹਨਾਂ ਦੀ ਵੀ ਪ੍ਰਾਇੋਰਟੀ ਹੁੰਦੀ ਹੈ। ਇਸ ਕਰਕੇ ਪਤਿਆਉਣ ਦੀ ਕੋਸ਼ਿਸ਼ ਤੇ ਜ਼ਰੂਰ ਕੀਤੀ ਹੈ, ਪਰ ਜੇ ਸਰਕਾਰ ਚੱਲੂਗੀ ਨਹੀਂ, ਜਿੰਨੇ ਮਰਜ਼ੀ ਪਤਿਆਈ ਜਾਣ, ਅਖੀਰ ਦੇ ਵਿੱਚ ਉਹ ਜਿਹੜਾ ਸੰਕਟ ਆ ਉਹ ਕਿਸੇ ਨੂੰ ਕੋਈ ਦੂਸਰਾ ਰੂਪ ਜ਼ਰੂਰ ਲਊਗਾ। ਪਰ ਇੱਕ ਗੱਲ ਜਿਹੜੀ ਮੈਂ ਇੱਥੇ ਜ਼ਰੂਰ ਕਹਿਣੀ ਚਾਹੁੰਦਾ ਆ, ਤੁਸੀਂ ਬ੍ਰੇਕ ਤੇ ਵੀ ਜਾਣਾ ਹੋਣਾ ਆ, ਕਿ ਚੀਫ ਸੈਕਟਰੀ ਜਿਹੜੇ ਆ ਉਹਨਾਂ ਨੂੰ ਬਚਾਓ ਦੇ ਵਿੱਚ ਚੀਫ ਮਿਨਿਸਟਰ ਉਸੇ ਤਰ੍ਹਾਂ ਹੀ ਖੜੇ ਰਹੇ ਕਰਨ ਅਵਤਾਰ ਸਿੰਘ ਦੇ, ਜਿਵੇਂ ਪਹਿਲਾਂ ਸੀਗਾ। ਤੇ ਐਉਂ ਕਹਿਤਾ ਜਿਵੇਂ ਕਈ ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਵੇਂ ਆਪਣਾ ਇੱਧਰ ਕਹਿ ਦੇਣਾ, ਅੱਛਾ ਮੈਨੂੰ ਤੇ ਪਤਾ ਨਹੀਂ ਕਾਕਾ ਮੈਂ ਪੁੱਛ ਲਊਂਗਾ, ਇਹੋ ਜਿਹੀ ਗੱਲ ਕਹਿ ਕੇ ਕਹਿੰਦੇ ਕਿ ਅਸੀਂ ਕਰਨ ਅਵਤਾਰ ਸਿੰਘ ਇਹੋ ਜਿਹੀਆਂ ਗੱਲਾਂ ਕਰਦੇ ਆ, ਇਹੋ ਜਿਹੇ ਹੁੰਦੇ ਤੇ ਨਹੀਂ ਸੀਗੇ, ਹੁਣ ਕੀ ਗੱਲ ਹੋ ਗਈ? ਕੋਈ ਨਹੀਂ, ਮੈਂ ਪਤਾ ਲੈਣਾ ਆ। ਇਹਦਾ ਮਤਲਬ ਕਿ ਉਹ ਉੱਥੇ ਦਾ ਉੱਥੇ ਰਹੂਗਾ। ਇਸ ਕਰਕੇ ਜਿਹੜਾ ਇਹ ਟਿੰਡ ਚਕਾਨਾ ਪਿਆ ਹੈ ਜੇ ਚੱਲਦਾ ਰਹੂਗਾ ਮਨਦੀਪ। ਹਾਂਜੀ ਪ੍ਰੋਫੈਸਰ ਸਾਹਿਬ, ਆਮ ਤੌਰ ਤੇ ਅੱਜ ਦੇ ਸਮੇਂ ਵਿੱਚ ਖਾਸ ਕਰਕੇ ਕਿਹਾ ਜਾਂਦਾ ਹੈ ਕਿ ਲੜਕੀਆਂ ਵੀ ਕਿਸੇ ਵੀ ਤਰ੍ਹਾਂ ਲੜਕਿਆਂ ਨਾਲੋਂ ਘੱਟ ਨਹੀਂ, ਪਰ ਹੁਣ ਇੱਕ ਲੜਕੀ ਦੀ ਬਹਾਦਰੀ ਦੀ ਮਿਸਾਲ ਦੇਖਣ ਨੂੰ ਮਿਲੀ ਹੈ ਪ੍ਰੋਫੈਸਰ ਸਾਹਿਬ। ਉਹ ਅਸੀਂ ਖਬਰ ਜੇ ਲੈ ਲਈਏ, 15 ਸਾਲਾ ਜੋਤੀ ਕੁਮਾਰੀ ਜੋ ਹੈ 1200 ਕਿਲੋਮੀਟਰ ਦਾ ਸਫ਼ਰ ਕਰਕੇ ਆਪਣੇ ਪਿਤਾ ਦੇ ਨਾਲ ਬਿਹਾਰ ਪਹੁੰਚ ਗਈ ਜੀ। ਦੇਖੋ ਮੈਨੂੰ ਐਵੇਂ ਲੱਗਦਾ ਕਿ ਇਹ
ਚਲਦੀਆਂ ਫਿਰਦੀਆਂ ਬਹੁਤ ਕਲਾਸਿਕ ਫਿਲਮਾਂ ਆ ਤੁਹਾਡੇ ਲਈ, ਡਾਕੂਮੈਂਟਰੀ ਫਿਲਮਾਂ ਆ, ਇਹਦੇ ਨਾਲ ਮੂਵਿੰਗ ਗੱਲ ਕੀ ਹੋਰ ਹੋਊਗੀ। ਆਪਾਂ ਪਰੀ ਕਹਾਣੀਆਂ ਮਤਲਬ ਹੋਰ ਕਿਸੇ ਕਹਾਣੀਆਂ, ਸਰਵਣ ਇੰਜ ਸੀ, ਉਹਦੇ ਮਾਂ-ਬਾਪ ਅੰਧੇ ਸੀ, ਉਹ ਦੇਖੋ ਤਾਰੇ ਸਾਡੀ ਨਾਨੀ ਨੇ ਦਿਖਾਉਣੇ ਸਾਨੂੰ, ਕਿ ਉਹ ਸਰਵਣ ਦੀ ਵਹਿੰਗੀ ਆ ਕਹਿਣਾ। ਇਹ ਸਾਡੇ ਸਾਹਮਣੇ ਸਰਵਣ ਤੁਰੇ ਫਿਰਦੇ ਆ। ਮੇਰਾ ਖਿਆਲ ਹੈ ਕਿ ਜੋ ਜਿੰਨੀ ਅਣਦਿੱਖੀ ਸਾਡੇ ਸਮਾਜ ਦੇ ਵਿੱਚ ਲੇਬਰਿੰਗ ਜਮਾਤ ਦੀ ਹੁੰਦੀ ਸੀ, ਉਹਨਾਂ ਨੂੰ ਸਿਰਫ ਇੰਜ ਸਮਝਦੇ ਆ ਠੀਕ ਹੈ ਇਹਨਾਂ ਦੀ ਕਿਸਮਤ ਇਹੋ ਜਿਹੀ, ਇਹਨਾਂ ਨੇ ਇਹੋ ਜਿਹੇ ਘਾਹ ਹੀ ਖੁੱਤਣਾ, ਇਸ ਤਰ੍ਹਾਂ ਮਿੱਟੀ ਨਾਲ ਮਿੱਟੀ ਹੋਣਾ, ਹੱਥ ਪੈਰ ਕਾਲੇ ਮੂੰਹ ਕਰਕੇ ਸ਼ਾਮ ਨੂੰ ਭੁੱਖੇ ਮਰਦੇ, ਕਈ ਦਾਰੂ ਪੀ ਕੇ ਸੌਂਦੇ, ਕਈ ਰੋਟੀ ਖਾ ਕੇ ਸੌਂਦੇ, ਇਹੋ ਜਿਹੇ ਵੀ ਇਹ ਇਹਨਾਂ ਦਾ ਨਾ ਕੋਈ ਸੱਭਿਆਚਾਰ, ਨਾ ਕੋਈ ਇਹਨਾਂ ਦਾ ਭਵਿੱਖ, ਨਾ ਕੋਈ ਪਾਸਟ। ਇਹਨਾਂ ਦੇ ਪ੍ਰਤੀ ਜਿਹੜਾ ਮਿਡਲ ਕਲਾਸ ਦਾ ਐਟੀਟਿਊਡ ਇਹੋ ਜਿਹਾ ਡਿਸਮਿਸਿਵ ਬਣਿਆ ਹੋਇਆ ਸੀ। ਇਸ ਸਾਰੀ ਜਿਹੜੀ ਯਾਤਰਾ ਹੋਈ ਆ ਪਿਛਲੇ 40-50 ਦਿਨਾਂ ਤੋਂ, ਖਾਸ ਕਰ 1 ਮਹੀਨੇ ਤੋਂ ਚੱਲੇ ਆ, ਵੱਡੇ ਪੱਧਰ ਤੇ ਜਿਹੜਾ ਇਹਨਾਂ ਨੇ ਸੜਕਾਂ ਤੇ 2-2 ਹਜ਼ਾਰ ਕਿਲੋਮੀਟਰ ਪੈਦਲ ਚੱਲ ਕੇ, ਰਿਕਸ਼ਿਆਂ ਤੇ ਚੱਲ ਕੇ, ਰੇੜਿਆਂ ਤੇ ਚੱਲ ਕੇ, ਸਾਈਕਲਾਂ ਤੇ ਚੱਲ ਕੇ ਦਿਖਾ ਦਿੱਤਾ ਕਿ ਵਰਕਿੰਗ ਕਲਾਸ ਕਿੰਨੀ ਮਜ਼ਬੂਤ, ਕਿੰਨੀ ਹਿੰਮਤ ਵਾਲੀ ਔਰ ਕਿੰਨੀ ਮਿਹਨਤੀ ਹੁੰਦੀ ਹੈ, ਕੋਈ ਪਰਵਾਹ ਨਹੀਂ ਕਰਦੀ ਹੈ। ਇਹ ਉਹਨਾਂ ਲੋਕਾਂ ਦੇ ਮਨਾਂ ਵਿੱਚ ਜਿਹੜੀ ਇੱਕ ਆਮ ਧਾਰਨਾ ਬਣੀ ਹੋਈ ਸੀ ਵੀ ਇਹ ਕੀ ਮੱਖੀ ਮੱਛਰ ਆ, ਉਹਨਾਂ ਨੇ ਦੱਸਤਾ ਕਿ ਅਖੀਰ ਜੇ ਦੇਸ਼ ਨੂੰ ਕੋਈ ਚਲਾਉਣ ਵਾਲੇ ਆ, ਦੇਸ਼ ਦੇ ਵਿੱਚ ਧਨ ਦੌਲਤ ਪੈਦਾ ਕਰਨ ਵਾਲੇ ਹੈ, ਤਾਂ ਇਹ ਮਜ਼ਦੂਰ ਜਮਾਤ ਹੈ, ਮਿਹਨਤੀ ਜਮਾਤ ਆ, ਜਿਹੜੀ ਝੁਕਦੀ ਨਹੀਂ, ਜਿਹੜੀ ਥੱਕਦੀ ਨਹੀਂ, ਜਿਹੜੀ ਡਰਦੀ ਨਹੀਂ ਕਿਸੇ ਚੀਜ਼ ਤੋਂ, ਔਰ ਆਪਣੇ ਕੰਮ ਨੂੰ ਜਾਰੀ ਰੱਖਦੀ ਹੈ। ਇਹ ਲੜਕੀ ਦੀ ਜਿਹੜੀ ਗੱਲ ਕਹੀ ਹੈ, ਇਹ ਬਹੁਤ ਮੂਵਿੰਗ ਸਟੋਰੀ ਹੈਗੀ ਹੈ। 15 ਸਾਲ ਦੀ ਲੜਕੀ, ਬਾਪ ਈ ਰਿਕਸ਼ਾ ਚਲਾਉਂਦਾ ਸੀ, ਐਕਸੀਡੈਂਟ ਹੋ ਗਿਆ, ਕੰਮ ਚੱਲ ਨਹੀਂ ਸਕਦਾ, ਤੇ ਇਹ ਜਦੋਂ ਆਪਾਂ ਉਹਦੀ ਪਿਕਚਰ ਵੀ ਦੇਖਦੇ ਹਾਂ ਜਾਂ ਜਦੋਂ ਇਹਦੀ ਪੂਰੀ ਸਟੋਰੀ ਇਮੈਜਿਨ ਕਰਦੇ ਹਾਂ ਤੇ ਬਿਲਕੁਲ ਦਿਲ ਤੁਹਾਡਾ ਭਰ ਆਉਂਦਾ ਹੈ। ਜੇ ਤੇ ਦਿਲ ਅੰਦਰ ਹੈ, ਜੇ ਉਂਝ ਹੀ ਦਿਲ ਤੁਹਾਡਾ ਹੈ ਹੀ ਪੱਥਰ ਦਾ, ਫਿਰ ਤੇ ਤੁਹਾਡੇ ਸਾਹਮਣੇ ਕੁਝ ਵੀ ਹੋਵੇ ਤੇ ਤੁਸੀਂ ਇਹਦਾ ਮਤਲਬ ਹੈ ਕਿ ਜ਼ਿੰਦਗੀ ਜੀ ਨਹੀਂ ਰਹੇ, ਜ਼ਿੰਦਗੀ ਨੂੰ ਧੱਕਾ ਦੇ ਰਹੇ ਆ। ਇਹਨਾਂ ਹਾਲਾਤਾਂ ਦੇ ਵਿੱਚ ਇਹ ਜਿਹੜੀ ਕੁੜੀ ਹੈ, ਇਹਨੇ ਦੇਖੋ ਗੁੜਗਾਉਂ ਤੋਂ ਚੱਲ ਕੇ ਦਰਭੰਗਾ ਕਿੱਥੇ ਆ, ਨਾਰਥ ਬਿਹਾਰ ਦੇ ਵਿੱਚ ਆ, ਔਰ ਪਿੱਛੇ ਬਿਠਾ ਕੇ ਲੈ ਗਈ ਆ। ਮੇਰਾ ਖਿਆਲ ਹੈ ਕਿ ਇਹਨਾਂ ਨੂੰ ਪਦਮ ਸ਼੍ਰੀ, ਪਦਮ ਭੂਸ਼ਣ ਇਹਨਾਂ ਬੱਚਿਆਂ ਨੂੰ ਮਿਲਣਾ ਚਾਹੀਦਾ। ਬਿਲਕੁਲ ਇਹੋ ਜਿਹੇ ਸਾਰੇ ਬੱਚੇ ਜਾਂ ਇਹੋ ਜਿਹੇ ਬਹਾਦਰ ਵਰਕਰ ਜਿਹੜੇ ਚਿੰਨ੍ਹਿਤ ਕਰਕੇ, ਜਿਹੜਾ ਆਉਣ ਵਾਲਾ ਸਾਡਾ 15 ਅਗਸਤ ਹੁੰਦਾ, ਇਹਨਾਂ ਸਾਰਿਆਂ ਨੂੰ ਆਨਰ ਜਿਹੜਾ ਸਟੇਜ ਤੋਂ ਕਰਨਾ ਚਾਹੀਦਾ, ਔਰ ਬਾਕੀ ਜਿਹੜੇ ਜਿੰਨੇ ਆ ਉਹਨਾਂ ਨੂੰ ਪਿੱਛੇ ਰੱਖਣਾ ਚਾਹੀਦਾ ਇਹਨਾਂ ਹਾਲਾਤਾਂ 'ਚ ਜਿਨ੍ਹਾਂ ਨੇ ਆਪਣੀ ਬਹਾਦਰੀ ਦਾ ਭੁੱਖੇ ਨੰਗੇ ਬਿਸਕਟਾਂ ਤੇ ਜਾ ਕੇ, ਪਾਣੀ ਨਹੀਂ ਹੈਗਾ, ਔਰ ਇਸ ਗੱਲ ਦਾ ਉਹਨਾਂ ਨੇ ਆਪਣੇ ਇੱਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਔਰ ਆਪਣੀ ਹਿੰਮਤ ਦਾ ਪ੍ਰਦਰਸ਼ਨ ਕੀਤਾ, ਔਰ ਦੱਸਿਆ ਕਿ ਮਜ਼ਦੂਰ ਦੇ ਵਿੱਚ ਕਿੰਨੀ ਅਣਥੱਕ ਮਿਹਨਤ ਕਰਨ ਦੀ ਸ਼ਮਤਾ ਹੁੰਦੀ ਹੈ ਮਨ ਦੀ। ਪ੍ਰੋਫੈਸਰ ਸਾਹਿਬ, ਜੇ ਹੁਣ ਅਸੀਂ ਅੱਗੇ ਵਧੀਏ ਤਾਂ ਜੋ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਪੰਜਾਬ ਵਿੱਚ ਖਾਸ ਕਰਕੇ ਪ੍ਰਾਈਵੇਟ ਹਸਪਤਾਲ ਬੜੀ ਵੱਡੀ ਗਿਣਤੀ ਵਿੱਚ ਖੁੱਲ੍ਹੇ ਹੋਏ ਨੇ, ਤਾਂ ਹੁਣ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕੀਤਾ ਹੈ ਕਿ ਪ੍ਰਾਈਵੇਟ ਹਸਪਤਾਲ ਜਿਨ੍ਹਾਂ ਕੋਲ 50 ਤੋਂ ਵੱਧ ਬਿਸਤਰਿਆਂ ਵਾਲੇ ਜਿਹੜੇ ਹਸਪਤਾਲ ਨੇ, ਉਹਨਾਂ ਦੀਆਂ ਵੀ ਸੇਵਾਵਾਂ ਲਈਆਂ ਜਾਣਗੀਆਂ ਜੀ। ਇਹ ਬਿਲਕੁਲ ਤੁਹਾਨੂੰ ਮਨਦੀਪ ਪਤਾ ਹੋਣਾ ਕਿ ਪ੍ਰਾਈਵੇਟਾਂ ਨੇ ਨਾ ਆਪਣੇ ਜਿੰਦਰੇ ਮਾਰ ਲਏ। ਜਿਉਂ ਹੀ ਪਤਾ ਲੱਗਾ ਕਿ ਉਹਨਾਂ ਨੂੰ ਇਹ ਕਰੋਨਾ ਵਾਇਰਸ ਆ ਤੇ ਇਹ ਸਾਡੇ ਹਸਪਤਾਲਾਂ ਦੇ ਵਿੱਚ ਜੇ ਕੋਈ ਇੱਕ ਵੀ ਮਰੀਜ਼ ਆ ਗਿਆ, ਤੇ ਸ਼ੁਰੂ ਦੇ ਵਿੱਚ ਭੈ ਬਹੁਤ ਸੀ ਤੇ ਸਾਡੇ ਹਸਪਤਾਲ ਨੂੰ ਜਿੰਦਰਾ ਲੱਗ ਜੂ, ਸਾਡੀ ਆਮਦਨ ਖਤਮ ਹੋ ਜੂਗੀ, ਤੇ ਉਹਨਾਂ ਨੇ ਆਮ ਕਰਕੇ OPD ਬੰਦ ਕਰਕੇ ਬੜੇ ਆਪਣੀ ਮਰਜ਼ੀ ਦੇ ਸਿਲੈਕਟਿਵ ਪੇਸ਼ੈਂਟ ਜਿਹੜੇ ਠੀਕ ਠਾਕ ਆਪਣੇ ਪੁਰਾਣੇ ਸੀਗੇ ਉਹਨਾਂ ਦੇ ਉੱਤੇ ਸੀਮਤ ਕਰ ਲਿਆ। ਇਹ ਤੇ ਕੋਈ ਦੇਸ਼ ਭਗਤੀ ਨਾ ਹੋਈ। ਇਹ ਤੇ ਕੋਈ ਤੁਸੀਂ ਜਿਹੜੀ ਸਰਕਾਰ ਕੋਲੋਂ ਰਿਆਇਤੀ ਦਰਾਂ ਦੇ ਉੱਤੇ ਜ਼ਮੀਨਾਂ ਲੈ ਕੇ, ਹੋਰ ਵਾਅਦੇ ਕਰਕੇ, ਇੱਕ ਅਹਿਦ ਕਰਕੇ ਕਿ ਜਿਹੜੇ ਅਸੀਂ 15-20% ਪੇਸ਼ੈਂਟ ਨੂੰ ਮੁਫਤ ਵਿੱਚ ਵੀ ਦੇਖਾਂਗੇ, ਉਹਨਾਂ ਨੂੰ ਬੈੱਡ ਦੇਵਾਂਗੇ, ਇਹ ਸਾਰੀਆਂ ਗੱਲਾਂ ਜਦੋਂ ਅਸਲ 'ਚ ਭੂਮਿਕਾ ਨਿਭਾਉਣ ਦਾ ਚੁਣੌਤੀ ਆਈ ਤੇ ਇਹ ਬੰਦ ਕਰ ਬੈਠੇ ਸੀ ਸਰਕਾਰ ਨੇ ਫਿਰ ਆਰਡੀਨੈਂਸ। ਕਿਉਂਕਿ ਅਜੇ ਵੀ ਦੇਖੋ ਇਸ ਕਰਕੇ ਜਾਰੀ ਕੀਤਾ, ਅਜੇ ਵੀ ਮਨਦੀਪ ਖਤਰਾ ਟਲਿਆ ਨਹੀਂ। ਅਜੇ ਵੀ ਜਿਹੜਾ ਅਸਲ 'ਚ ਜਿਹੜਾ ਸਾਡਾ ਅਸਲੀ ਇਮਤਿਹਾਨ ਆਉਣਾ ਆ ਕਰੋਨਾ ਵਾਇਰਸ ਦਾ, ਉਹ ਅਗਲੇ 3 ਮਹੀਨੇ ਸਮਝ ਲਓ, ਨਹੀਂ ਤੇ 2 ਤੇ ਪੱਕੇ ਹੀ ਸਮਝੋ, ਜੂਨ ਤੇ ਜੁਲਾਈ। ਅਗਸਤ ਤੱਕ ਵੀ ਸਪੇਲ ਓਵਰ ਕਰੂਗਾ, ਔਰ ਇਹ ਵੈਸੇ ਠੂਠਾ ਹੌਲੀ ਹੌਲੀ ਥੋੜਾ ਬਹੁਤ ਇੱਧਰ ਚੱਲ ਪਿਆ, ਇੱਧਰ ਰੁਕਿਆ, ਜਿਵੇਂ ਚਾਈਨਾ ਦੇ ਵਿੱਚ ਦੁਬਾਰਾ ਰੈਸਰੈਕਟ ਹੋ ਗਿਆ, ਫਿਰ ਦੁਬਾਰਾ ਆ ਗਿਆ, ਫਿਰ ਬੰਦ ਹੋ ਗਿਆ। ਇਹ ਕਈ ਸਾਲਾਂ ਤੱਕ ਚੱਲੂਗਾ ਔਰ ਇੱਥੇ ਹੀ ਫਿਰਦਾ ਫੁਰਦਾ ਰਹੂਗਾ, ਕਦੀ ਫਿਰ ਖਤਮ ਹੋ ਗਿਆ, ਫਿਰ ਆ ਗਿਆ, ਫਿਰ ਖਤਮ ਹੋ ਗਿਆ। ਇਹਨਾਂ ਹਾਲਾਤਾਂ 'ਚ ਜਿਹੜੀ ਵੱਡਾ ਇਹਦਾ ਪ੍ਰਕੋਪ ਹੈ, ਜੇ ਸਾਨੂੰ ਸੈਕੰਡ ਵੇਵ ਤੁਸੀਂ ਕਹਿ ਲਓ, ਪਹਿਲੀ ਨੂੰ ਅਸੀਂ ਜੇ ਥੋੜਾ ਬਹੁਤ ਥੰਮ ਲਿਆ ਲੋਕਾਂ ਨੂੰ ਬੰਦ ਕਰਕੇ, ਉਹਦੀ ਕੀਮਤ ਬੜੀ ਆ, ਘੱਟੋ ਘੱਟ ਮੈਨੂੰ ਲੱਗਦਾ 30 ਲੱਖ ਕਰੋੜ ਰੁਪਈਏ ਦੀ ਇਕਨੋਮੀ ਦਾ ਅਸੀਂ ਹੁਣ ਤੱਕ ਨੁਕਸਾਨ ਕਰ ਚੁੱਕੇ ਹਾਂ। ਘੱਟੋ ਘੱਟ ਇਹਦੇ ਨਾਲੋਂ ਜ਼ਿਆਦਾ ਹੋਊਗਾ, 50 ਲੱਖ ਕਰੋੜ ਦਾ ਵੀ ਹੋ ਸਕਦਾ, ਪਰ ਇੰਨਾ ਘੱਟੋ ਘੱਟ ਹੈਗਾ। ਇਹ ਤੇ ਐਸਟੀਮੇਟ ਹੌਲੀ ਹੌਲੀ ਬਾਹਰ ਆਉਣਗੇ। ਤੇ ਇੰਨੇ ਨੁਕਸਾਨ ਤੋਂ ਬਾਅਦ ਤੁਸੀਂ ਬਾਕੀ ਜਿਹੜਾ ਜਿਸ ਤਰ੍ਹਾਂ ਲੇਬਰ ਦੀ ਕਹਾਣੀ ਸਾਰੀ ਦੱਸੀ ਆ, ਦਿਖਾਉਂਦੇ ਆਪਾਂ ਰੋਜ਼ ਹੀ ਦਿਖਾਉਂਦੇ ਆ, ਇਹ ਸਾਰੇ ਕੁਛ ਇਹਨਾਂ ਭੁਗਤਣ ਤੋਂ ਬਾਅਦ ਮਤਲਬ ਇੱਥੇ ਅਸੀਂ ਜਿੰਨਾ ਕੁ ਗੇਨ ਕੀਤਾ ਆ, ਉਹਦਾ ਆਉਣ ਵਾਲੇ ਸਮੇਂ 'ਚ ਹੋਣਾ। ਤੇ ਇੱਕੋ ਹੀ ਇੱਕ ਸਹਾਰਾ ਆ ਡਾਕਟਰ ਤੇ ਹਸਪਤਾਲ ਇਹਨਾਂ ਹਾਲਾਤਾਂ ਦੇ ਵਿੱਚ। ਜੇ ਉਹ
ਜੇ ਉਹ ਕੋਆਪਰੇਟ ਨਹੀਂ ਕਰਦੇ, ਉਹ ਆਪਣੇ ਆਪ ਨੂੰ ਬਿਜ਼ਨਸ ਦਾ ਅਜੇ ਵੀ ਲਿਹਾਜ਼ ਨਾਲ ਸਾਰਾ ਚਲਾਉਣਾ ਚਾਹੁਣਗੇ, ਤਾਂ ਇਹ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੋਣਾ ਚਾਹੀਦਾ। ਮੇਰਾ ਤੇ ਬੜਾ ਸਾਫ਼ ਸੁਜੈਸ਼ਨ ਹੈ ਕਿ ਜਿਹੜਾ ਵੀ ਹਸਪਤਾਲ ਸਰਕਾਰ ਨੂੰ ਇਹਨਾਂ ਹਾਲਾਤਾਂ 'ਚ, ਜਾਂ ਪਬਲਿਕ ਨੂੰ ਕਹੋ, ਸਰਕਾਰ ਨੂੰ ਕੀ, ਸਰਕਾਰ ਤੇ ਠੀਕ ਠਾਕ ਹੀ ਹੈ, ਪਬਲਿਕ ਨੂੰ ਇਹੋ ਜਿਹੀਆਂ ਸਹੂਲਤਾਂ ਦੇਣ ਤੋਂ ਮਨਾ ਕਰਦਾ, ਉਹਨਾਂ ਨੂੰ ਟੇਕ ਓਵਰ ਕਰ ਲੈਣਾ ਚਾਹੀਦਾ। ਬਿਲਕੁਲ ਆਪਾਂ ਆਪੇ ਚਲਾਵਾਂਗੇ। ਇਸ ਸਰਕਾਰ ਨੂੰ ਜਦੋਂ ਇਹ ਦਬਕਾ ਮਾਰਨਗੇ ਤਾਂ ਫਿਰ ਉਹ ਆਪਣੇ ਆਪ ਹੋਊਗਾ। ਇਹ ਆਰਡੀਨੈਂਸ ਬੜਾ ਚੰਗਾ ਹੋਇਆ ਕਿ 50 ਬੈੱਡ ਤੋਂ ਉੱਪਰ ਵਾਲੇ ਜਿਹੜੇ ਆ, ਉਹ ਹੁਣ ਸਰਕਾਰ ਜਿੱਥੇ ਉਹਨਾਂ ਨੂੰ ਜਿੰਨਾ ਕੁ ਵਰਤਣਾ ਚਾਹੂਗੀ, ਉਹਦੀ ਡਿਟੇਲ ਅਜੇ ਨਹੀਂ ਸਾਹਮਣੇ ਆਈ, ਉਹ ਪਤਾ ਲੱਗ ਜੂਗੀ। ਪਰ 100 ਬੈੱਡ ਵਾਲਾ ਜਿਹੜਾ ਹਸਪਤਾਲ ਗਾਂ ਤੋਂ ਉਹਨਾਂ ਨੇ ਇਹ ਵੀ ਕਰਤਾ ਕਿ ਉਹ ਇੱਕ ਰੈਗੂਲੇਟਰੀ ਬਾਡੀ ਹੋਊਗੀ, ਉਹਦੇ ਤੋਂ ਮਨਜ਼ੂਰੀ ਲਊਗੀ, ਉਹਦੇ ਨਾਲ ਵੀ ਕੋਈ ਨਾ ਕੋਈ ਐਡ ਕਰਕੇ ਕਿ ਕੱਲ੍ਹ ਨੂੰ ਜਦੋਂ ਲੋੜ ਪਏ ਤੇ ਅਸੀਂ ਇਹਨਾਂ ਦੀਆਂ ਸੇਵਾਵਾਂ ਨੂੰ ਪਬਲਿਕ ਹੈਲਥ ਲਈ, ਪਬਲਿਕ ਲੋੜਾਂ ਲਈ ਅਸੀਂ ਵਰਤ ਸਕਾਂਗੇ। ਇਹ ਜ਼ਰੂਰੀ ਵੀ ਹੁੰਦਾ ਹੈ। ਇਸੇ ਤਰ੍ਹਾਂ ਹੀ ਪ੍ਰਾਈਵੇਟ ਦੂਜੇ ਐਜੂਕੇਸ਼ਨਲ ਇੰਸਟੀਟਿਊਸ਼ਨ ਆ, ਉਹਦੇ 'ਚ ਵੀ ਥੋੜਾ ਜਿਹਾ ਇੰਨਾ ਕਿਤੇ ਧਿਆਨ ਪਬਲਿਕ ਦਾ ਉਹਨਾਂ ਨੂੰ ਵੀ ਰੱਖਣਾ ਚਾਹੀਦਾ। ਸਾਡੀ ਇਹ ਲਗਾਤਾਰ ਅਪੀਲ ਹੁੰਦੀ ਹੈ, ਕਿਉਂਕਿ ਇਹ ਦੋ ਇੱਕ ਇਹੋ ਜਿਹੀਆਂ ਚੀਜ਼ਾਂ ਵਾ, ਜਿਹੜੀ ਐਜੂਕੇਸ਼ਨ ਕਹਿ ਲਓ ਜਾਂ ਹੈਲਥ ਕਹਿ ਲਓ, ਜਿਹੜਾ ਹਰ ਆਮ ਬੰਦੇ ਨੂੰ, ਹਰ ਸ਼ਹਿਰੀ ਨੂੰ ਉਸ ਦੀ ਸਖਤ ਜ਼ਰੂਰਤ ਹੁੰਦੀ ਹੈ ਔਰ ਉਹਦੀ ਬੜੀ ਅਹਿਮ ਸਮਾਜ ਵਿੱਚ ਭੂਮਿਕਾ ਹੁੰਦੀ ਹੈ। ਤੇ ਇਸ ਕਰਕੇ ਇਹ ਇੱਕ ਚੰਗੀ ਖਬਰ ਬੜੀ ਦੇਰ ਬਾਅਦ ਸਰਕਾਰ ਵੱਲੋਂ ਆਈ ਹੈ ਕਿ ਉਹਨਾਂ ਨੇ ਪ੍ਰਾਈਵੇਟ ਆਰਡੀਨੈਂਸ ਜਾਰੀ ਕਰਕੇ ਪ੍ਰਾਈਵੇਟ ਜਿਹੜੇ ਹਸਪਤਾਲ ਆ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ 'ਚ ਪਾਰਦਰਸ਼ਤਾ ਲਿਆਓ ਆਪਣੀ, ਔਰ ਜਵਾਬਦੇਹੀ ਉਹਨਾਂ ਦੀ ਤੈਅ ਕੀਤੀ ਹੈ। ਮਨਦੀਪ ਜੀ ਪ੍ਰੋਫੈਸਰ ਸਾਹਿਬ, ਜਿਵੇਂ ਕਿ ਤੁਸੀਂ ਅਕਸਰ ਹੀ ਗੱਲ ਕਰਦੇ ਰਹਿੰਦੇ ਹੋ ਕਿ ਜੋ ਲੋਕਡਾਊਨ ਸੀ ਤੇ ਕਰਫਿਊ ਇਸ ਨੇ ਕਾਫੀ ਪ੍ਰਭਾਵਿਤ ਕੀਤਾ ਹਰ ਇੱਕ ਸੈਕਟਰ ਨੂੰ। ਮੀਡੀਆ ਸੈਕਟਰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਕਿਉਂਕਿ ਇਸ਼ਤਿਹਾਰਬਾਜ਼ੀ ਜਿਹੜੀ ਰੁਕ ਗਈ ਬਿਜ਼ਨਸ ਬੰਦ ਹੋਣ ਦੇ ਕਾਰਨ। ਤੇ ਪਰ ਹੁਣ ਮੀਡੀਆ ਵੱਲੋਂ ਜਿਹੜੀ ਆ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਵੱਲੋਂ ਸਰਕਾਰ ਨੂੰ ਕਿਹਾ ਗਿਆ ਘੱਟੋ ਘੱਟ ਤੁਸੀਂ ਤਾਂ ਸਾਡਾ ਬਕਾਇਆ ਮੋੜ ਦਿਓ। 1500 ਤੋਂ ਲੈ ਕੇ 1800 ਕਰੋੜ ਰੁਪਇਆ ਦੱਸਿਆ ਜਾ ਰਿਹਾ ਹੈ ਜੀ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਦਾ ਸਰਕਾਰ ਵੱਲ। ਦੇਖੋ, ਤੁਹਾਨੂੰ ਮੈਂ ਦੱਸਿਆ ਨਾ ਕਿ ਜਿਹੜੀ ਸੀਤਾਰਮਨ ਆ ਸਾਡੇ ਮੈਡਮ ਫਾਈਨੈਂਸ ਮਿਨਿਸਟਰ ਆ, ਯੂਨੀਅਨ ਫਾਈਨੈਂਸ ਮਿਨਿਸਟਰ, ਉਹਨਾਂ ਨੇ ਜਿਹੜਾ ਲੋਨ ਮੇਲਾ 5 ਦਿਨ ਲਾਇਆ, ਉਹਦੇ ਵਿੱਚ ਉਹਨਾਂ ਨੇ MSME ਜਿਹੜੇ ਛੋਟੇ ਕਾਰੋਬਾਰੀ ਆ ਉਹਨਾਂ ਨੂੰ ਕਿਹਾ ਸੀ ਅਸੀਂ ਪੌਣੇ 5 ਲੱਖ ਜਾਂ ਪਤਾ ਨਹੀਂ 4.5 ਲੱਖ ਤੁਹਾਨੂੰ ਲੋਨ ਦਿੰਨੇ ਆ, ਹੋਰ ਤੁਹਾਡੇ ਸਿਰ ਦੇ ਉੱਤੇ ਭਾਰ ਪਾਉਂਦੇ ਆ, ਇਹ ਕਿਉਂਕਿ ਤੁਸੀਂ ਥੋੜੇ ਜਿਹੇ ਬਚੇ ਹੋਏ ਆ, ਜੇ ਤੁਹਾਡਾ ਸਾਹ ਬੰਦ ਕਰਨਾ। ਤਾਂ ਗਡਕਰੀ ਨੇ ਉਹਦਾ ਜਵਾਬ ਦਿੱਤਾ ਕਿ ਤੁਸੀਂ ਕੁਛ ਨਾ ਲੋਨ ਦਿਓ, ਉਹਨਾਂ ਦੇ ਜਿਹੜੇ ਪਬਲਿਕ ਸੈਕਟਰ ਵਾਲਿਆਂ ਨੇ ਪੈਸੇ ਦੇਣੇ ਆ, ਸਰਕਾਰ ਨੇ ਪੈਸੇ ਦੇਣੇ ਆ, ਹੋਰ ਸਾਡੇ ਟ੍ਰੇਡ 'ਚ ਪੈਸੇ ਜਿਹੜੇ ਲੋਕਾਂ ਦੇ ਉਹਨਾਂ ਨੇ ਮਾਲ ਵੇਚਿਆ, ਉਹ ਪੈਸੇ ਫਸੇ ਹੋਏ ਆ, ਉਹ ਪੈਸੇ ਦੇ ਦਿਓ ਉਹਨਾਂ ਦੇ। ਉਹ ਉਹਨਾਂ ਦੀ ਉਹ 5 ਲੱਖ ਕਰੋੜ ਰੁਪਈਆ ਬਣਦਾ। ਇਸੇ ਤਰੀਕੇ ਨਾਲ ਹੁਣ ਤੁਸੀਂ, ਮੈਂ ਦੇਖਦਾ ਰੋਜ਼ ਹੀ ਪੇਪਰ ਇੱਕ ਅੱਧਾ ਪੇਜ ਕਿਸੇ ਵੀ ਪੇਪਰ ਦਾ ਘਟਿਆ ਹੁੰਦਾ, ਜੇ ਮੈਂ ਚੁੱਕਦਾ ਜਦੋਂ ਮੈਂ 4 ਪੇਪਰ ਘਰ ਮੰਗਾਉਂਦਾ ਆ ਤੇ ਮੰਡੀ ਬੜਾ ਉਹ ਆਉਂਦਾ ਕਿ ਉਹਨਾਂ ਦਾ ਭਾਰ ਬਿਲਕੁਲ ਹੀ ਹੁਣ ਗ੍ਰਾਮਾਂ 'ਚ ਰਹਿ ਗਿਆ, ਨਹੀਂ ਤੇ ਕਿਲੋਆਂ 'ਚ ਆਉਂਦਾ ਸੀਗਾ। ਇੰਨਾ ਹਾਲਤ ਮਾੜੀ ਹੋ ਗਈ ਪੇਪਰਾਂ ਦੀ। ਜਿਹੜੇ 20-20 ਪੇਜ ਭੇਜਦੇ ਸੀਗੇ ਘਰ, ਉਹਨਾਂ ਦੇ ਕੋਈ 10 ਪੇਜ ਆ, ਕੋਈ 8 ਪੇਜ ਆ, ਕੋਈ ਇਸ ਤਰ੍ਹਾਂ ਦਾ ਹਾਲਤ ਹੋ ਗਿਆ। ਬਹੁਤ ਪਤਲਾ ਜਿਹਾ ਲੱਗਦਾ, ਖਬਰ ਦਿਖਦੀ ਨਹੀਂ ਉਹਦੇ 'ਚ ਵੀ। ਹੁਣ ਜਿਹੜੇ ਵਿਚਾਰੇ ਭੁੱਖੇ ਮਰਦੇ ਆ ਪੇਪਰ, ਉਹਨਾਂ ਨੇ ਸਰਕਾਰ ਦੇ ਜਿਹੜੇ ਪਾਰਟੀਆਂ ਦੇ ਬੰਦੇ, ਸਰਕਾਰ ਦੇ ਨਹੀਂ ਪਾਰਟੀਆਂ ਦੇ ਬੰਦਿਆਂ ਦੇ, ਇੱਕ ਬੰਦੇ ਨੇ ਅੱਜ ਕੋਈ ਹਲਕਾ ਇੰਚਾਰਜ ਆ ਢਿੱਲੋਂ ਸਾਹਿਬ, ਉਹਨਾਂ ਨੇ ਬਨੂੜ ਵੱਲੋਂ ਕਿ ਕਿੱਥੋਂ, ਇੱਥੋਂ ਡੇਰਾਬੱਸੀ ਤੋਂ, ਉਹਨਾਂ ਨੇ ਸਾਰੇ ਜਿਹੜੇ ਕਰੋਨਾ ਵਾਇਰਸ ਦੇ ਸੀਗੇ ਪੇਸ਼ੈਂਟ ਜਿਹੜੇ ਠੀਕ ਠਾਕ ਹੋ ਗਏ ਨਾ, ਉਹਨਾਂ ਸਾਰਿਆਂ ਦੀਆਂ ਫੋਟੋਆਂ ਲਾਤੀਆਂ ਵੀ ਇਹਦਾ ਪਤਾ ਲੈ ਲਓ ਵੀ ਇਹ ਬਿਮਾਰ ਸੀਗੇ ਇਕੱਲੇ ਦੀ। ਦੱਸੋ, ਉਹਨਾਂ ਨੂੰ ਵੋਟਾਂ ਬਣਾਉਣ ਤੇ ਲੱਗੇ ਹੋਏ ਆ। ਹੁਣ ਦੇਖੋ, ਇਹ ਕੋਈ ਵੀ ਕਿਸੇ ਕਿਸਮ ਦਾ ਕਦੀ ਤੁਸੀਂ ਇਮੈਜਿਨ ਨਹੀਂ ਕਰ ਸਕਦੇ ਕਿ ਇਹ ਐਡਵਰਟਾਈਜ਼ਮੈਂਟ ਦਾ ਪਾਰਟ ਹੋਊਗਾ। ਬੜੀਆਂ ਬੜੀਆਂ ਫੋਟੋਆਂ ਲੱਗਦੀਆਂ, ਪੂਰਾ ਪੇਜ ਹੈ, ਇਹ ਨਹੀਂ ਕਿ ਵੀ ਛੋਟੀ ਖਬਰਾਂ ਲੱਗਦੀਆਂ ਆ। ਉਹਦਾ ਕਾਰਨ ਕੀ ਹੈ ਕਿ ਹੁਣ ਜਿਹੜੀਆਂ ਪੇਪਰ ਆ, ਤੁਹਾਡਾ ਨਿਊਜ਼ ਹੋਇਆ, ਮੀਡੀਆ ਹੈਗਾ, ਉਹ ਬਹੁਤ ਹੀ ਡੈਫੀਸ਼ੀਟ ਹੋ ਗਿਆ, ਭੁੱਖਾ ਮਰਨ ਲੱਗਾ। ਮੈਂ ਥੋੜੇ ਜਿਹੇ ਸਰਵੇ ਕੀਤੇ ਆ, 25-25, 30-30% ਬੰਦੇ ਕੱਢ ਦਿੱਤੇ ਆ। ਉਹਨਾਂ ਨੂੰ ਦੇਖੋ ਕਿੰਨੇ ਧਿਆਨ ਨਾਲ ਕੱਢਿਆ, ਕਿੰਨੇ ਪਿਆਰ ਨਾਲ ਕੱਢਿਆ। ਕਹਿਤਾ ਜੀ ਉਹ ਕਰੋਨਾ ਆ ਗਿਆ, ਤੁਸੀਂ ਯਾਰ ਛੁੱਟੀ ਕਰ ਲਓ। ਹੁਣ ਕੋਈ ਕੈਮਰਾਮੈਨ ਆ, ਕੋਈ ਕਿਸੇ ਤਰ੍ਹਾਂ ਦਾ ਆ, ਉਹ ਕਹਿੰਦੇ ਜਦੋਂ ਲੋੜ ਹੋਊ ਤੁਹਾਨੂੰ ਜ਼ਰੂਰ ਬੁਲਾਵਾਂਗੇ, ਜੇ ਥੋੜਾ ਮਾਹੌਲ ਠੀਕ ਹੋਣ ਦਿਓ। ਵਿਚਾਰੇ ਘਰੇ ਚਲੇ ਗਏ, ਅੱਜ ਮੁੜ ਕੇ ਬੁਲਾਉਂਦੇ ਆ, ਜਿਹੜੇ ਚਲੇ ਗਏ, ਜਿਹੜੇ ਬੈਠੇ ਰਹੇ। ਇਸ ਤਰੀਕੇ ਨਾਲ ਸਾਰੇ ਮੀਡੀਆ ਦੇ ਵਿੱਚ ਇੱਕ ਵੱਡਾ ਸੰਕਟ ਆਇਆ, ਆਰਥਿਕ ਸੰਕਟ ਆਇਆ। ਤੇ ਮੀਡੀਆ ਦੇਖੋ, ਮੀਡੀਆ ਆਪਣੀ ਭੂਮਿਕਾ ਜੇ ਠੀਕ ਨਿਭਾਏ ਤੇ ਲੋਕ ਉਹਨਾਂ ਦੀ ਸੇਵਾ ਕਰਨ। ਮੀਡੀਆ ਵੀ ਇੱਕ ਵੱਡਾ ਸੈਕਸ਼ਨ ਹੈ ਉਹ ਜਿਹੜਾ ਸਰਕਾਰੀ ਬੋਲੀ ਬੋਲਦਾ। ਹੁਣ ਕਰਨ ਸਰਕਾਰ ਦੇ ਅੱਗੇ ਕਰਨ, ਹੁਣ ਹੋਰ ਖਬਰਾਂ ਲਾਉਣ ਚੱਕ ਕੇ ਸਰਕਾਰ ਦੇ ਹੱਕ ਵਿੱਚ। ਜਦੋਂ ਇਹ ਆਪਣਾ ਕੰਮ ਨਹੀਂ ਕਰਦੇ ਤੇ ਤੂੰ ਇਹੋ ਜਿਹਾ ਸੰਕਟ ਵੱਡਾ ਬਣਦਾ। ਹੁਣ 1800 ਕਰੋੜ ਰੁਪਈਆ ਸਰਕਾਰ ਦੇ ਇਸ਼ਤਿਹਾਰਾਂ ਦਾ ਪਿਆ, ਉਹ ਨਹੀਂ ਦਿੰਦੇ। ਇਸ ਕਰਕੇ ਇਹ ਸਰਕਾਰ ਨੂੰ ਚਾਹੀਦਾ ਹੈ, ਮੀਡੀਆ ਨੂੰ ਸਾਨੂੰ ਬਚਾਉਣਾ ਚਾਹੀਦਾ। ਮੀਡੀਆ ਦਾ ਇੱਕ ਬਹੁਤ ਸਮਾਜ ਦੇ ਵਿੱਚ ਇੱਕ ਕਨੈਕਟ ਹੈਗਾ ਆ, ਪਬਲਿਕ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣਾ, ਸਰਕਾਰ ਦੀ ਇਨਫੋਰਮੇਸ਼ਨ ਨੂੰ ਲੋਕਾਂ ਤੱਕ ਪਹੁੰਚਾਉਣਾ। ਇਹ ਹੋ ਨਹੀਂ ਰਿਹਾ। ਇਸ ਕਰਕੇ ਮੀਡੀਆ ਨਾ ਜ਼ਿਆਦਾਤਰ ਵੱਡਾ ਸੈਕਸ਼ਨ ਮੀਡੀਆ ਸਰਕਾਰੀ ਧੂਤਾ ਬਣਿਆ ਹੋਇਆ ਕਿ ਜਿਵੇਂ ਉਹਨਾਂ ਦੀ ਐਡਵਰਟਾਈਜ਼ਿੰਗ ਕਰਨੀ ਹੁੰਦੀ ਹੈ। ਇਸ ਕਰਕੇ
ਉਹ ਤੋਂ ਵਾਪਸ ਇਹ ਆਪਣੀ ਭੂਮਿਕਾ 'ਚ ਆਉਣ। ਔਰ ਅਸੀਂ ਬਿਲਕੁਲ ਚਾਹੁੰਦੇ ਹਾਂ ਕਿ ਨਾ ਇੱਥੇ ਛਾਂਟੀ ਹੋਵੇ, ਨਾ ਇੱਥੇ ਕਿਸੇ ਕਿਸਮ ਦੇ ਇਹਨਾਂ ਦੇ ਪੈਸੇ ਮਾਰੇ ਜਾਣ। ਔਰ ਮੇਰਾ ਖਿਆਲ ਹੈ ਕਿ ਮੀਡੀਆ ਕਿਸੇ ਵੀ ਲੋਕਤੰਤਰ ਦੇ ਵਿੱਚ ਇੱਕ ਚੌਥਾ ਪਿਲਰ ਕਹਿੰਦੇ ਆ ਉਹਨੂੰ ਡੈਮੋਕ੍ਰੇਸੀ ਦਾ, ਉਹ ਮਜ਼ਬੂਤ ਹੋਣਾ ਚਾਹੀਦਾ ਘੱਟੋ ਘੱਟ, ਕਿਉਂਕਿ ਬਾਕੀ ਪਿਲਰ ਨੂੰ ਤੇ ਵਾਵਾ ਸਿਉਂਕ ਲੱਗ ਗਈ ਆ, ਉਹ ਤੇ ਮਤਲਬ ਡਿੱਗਣੀ ਵਾਲੇ ਆ, ਮਾੜੇ ਹਾਲਤ ਆ, ਕਾਫੀ ਕੋਰਟਾਂ ਦਾ ਮਾੜਾ ਬੜਾ ਹਾਲ ਆ। ਤੇ ਮੀਡੀਆ ਤੋਂ ਅਸੀਂ ਇਹ ਉਮੀਦ ਕਰਦੇ ਹਾਂ। ਇਸ ਕਰਕੇ ਉਹ ਪੈਸਾ ਤੇ ਦੇਖੋ ਉਹਨਾਂ ਨੂੰ ਬਹੁਤ ਜ਼ਰੂਰੀ ਹੈ ਮਿਲਣਾ, ਨਹੀਂ ਤੇ ਛਾਂਟੀ ਇਸੇ ਤਰੀਕੇ ਨਾਲ ਜਾਰੀ ਰਹੂਗੀ, ਪੇਪਰਾਂ ਦੇ ਸਾਈਜ਼ ਦੀ ਵੀ ਔਰ ਮੈਨ ਪਾਵਰ ਦੀ ਵੀ, ਔਰ ਬੇਰੁਜ਼ਗਾਰੀ ਹੋਰ ਵਧੂਗੀ। ਜੀ ਪ੍ਰੋਫੈਸਰ ਸਾਹਿਬ, ਹੁਣ ਜੇ ਅੱਗੇ ਵਧੀਏ ਤਾਂ ਸੁਪਰੀਮ ਕੋਰਟ ਨੇ CAA ਵਿੱਚ ਸੋਧ ਨੂੰ ਲੈ ਕੇ ਮੁਸਲਿਮ ਲੀਗ ਵੱਲੋਂ ਜੋ ਪਟੀਸ਼ਨ ਦਾਇਰ ਕੀਤੀ ਗਈ ਸੀ, ਉਸ ਦੇ ਆਧਾਰ ਤੇ ਹੁਣ ਸੈਂਟਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਜੀ। ਹਾਂ, ਅਸੀਂ ਸਾਰੇ ਭੁੱਲ ਹੀ ਗਏ ਕਿ ਉਹ NRC ਤੇ ਜਿਹੜੀ ਉਹ ਸਾਰੀ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਤੇ ਜਾਂ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਜਿਹੜਾ ਸੀ, ਉਹ ਪੂਰਾ ਦੇਸ਼ ਇਸ ਵਿੱਚ ਲੱਗਾ ਹੋਇਆ ਸੀ, ਅਸੀਂ ਵੀ ਲੱਗੇ ਹੋਏ ਸੀਗੇ, ਬਥੇਰੇ ਮੁਜ਼ਾਹਰੇ ਵਗੈਰਾ ਕੀਤੇ ਕਿ ਇਹ ਜਿਹੜਾ ਉਸ ਨੂੰ ਸ਼ਹੀਨ ਬਾਗ ਵਾਲਾ ਕਿੱਡਾ ਵੱਡਾ ਗਲੋਬਲ ਸੈਂਟਰ ਇੱਕ ਪ੍ਰੋਟੈਸਟ ਦਾ ਬਣਿਆ ਸੀ। ਜਿਉਂ ਹੀ ਕਰੋਨਾ ਆਈ ਸਾਰੇ ਲੋਕ ਭੁੱਲ ਗਏ, ਵਿਸਰ ਗਏ, ਲੋਕਾਂ ਤੋਂ ਯਾਦ ਵੀ ਨਹੀਂ ਹੋਣਾ ਬਹੁਤਿਆਂ ਨੂੰ ਵੀ ਇਹ ਵੀ ਕੁਝ ਅਸੀਂ ਕਿਸੇ ਗੱਲ ਦੀ ਗੱਲ ਕਰ ਰਹੇ ਸੀ। ਉਹੀ ਆ, ਕੋਈ ਨਿਆਣਾ ਕੋਈ ਭੁੱਖਾ ਸੀ, ਉਹ ਬਿਸਕੁਟ ਮੰਗੇ, ਉਹਦੇ ਪਿਓ ਨੇ ਚੱਕ ਕੇ ਕਾਪਬੋਰਡ ਤੇ ਬਿਠਾਤਾ ਉੱਪਰ, ਉਹ ਡਰਦਾ ਮਾਰਾ ਕਿ ਮੈਂ ਡਿੱਗ ਪਊਂਗਾ, ਉਹ ਚੀਖਾਂ ਮਾਰਨ ਲੱਗ ਪਿਆ, ਕਹਿੰਦਾ ਮੈਨੂੰ ਥੱਲੇ ਤਾਰੋ ਬਿਸਕੁਟ ਦਿਖਾਈ ਨਹੀਂ ਦਿੰਦੀ, ਬਿਸਕੁਟ ਤੇ ਭੁੱਲ ਗਿਆ, ਉਹ ਚੀਕਾਂ ਮਾਰਨ ਲੱਗ ਪਿਆ ਮੈਨੂੰ ਥੱਲੇ ਤਾਰੋ। ਉਹੀ ਹਾਲਤ NRC ਹੈ। ਕਿੱਧਰ ਗਏ ਸੀ ਇਹ, ਉਹ ਕਹਿੰਦੇ ਇਹ ਛੱਡੋ, ਇਹ ਬਾਅਦ ਚ ਵੇਖਾਂਗੇ, ਪਹਿਲਾਂ ਇਹ ਮਰਨੋਂ ਬਚਾਓ। ਪਰ ਇਹਦੀ ਆੜ ਦੇ ਵਿੱਚ ਸਰਕਾਰਾਂ ਜੋ ਕਰ ਰਹੀਆਂ ਆ, ਜਿਵੇਂ ਤੁਸੀਂ ਪ੍ਰਾਈਵੇਟਾਈਜੇਸ਼ਨ ਦਾ, ਕਾਰਪੋਰੇਟਾਈਜੇਸ਼ਨ ਦਾ, ਇਸ ਕਿਸਮ ਦਾ ਵੱਡਾ ਹਮਲਾ ਲੋਕਾਂ ਦੇ ਪਬਲਿਕ ਸੈਕਟਰ ਤੇ ਕਰ ਰਹੇ ਆ, ਜੌਬਸ ਤੇ ਕਰ ਰਹੇ ਆ, ਪੜ੍ਹਾਈ ਦਾ ਇੱਕ ਹੋਰ ਹੀ ਨਵੇਂ ਤਰੀਕੇ ਕੱਢਦੇ ਆ, ਇਹ ਸਾਰਾ ਕੁਝ ਜੋ ਹੋ ਰਿਹਾ ਇਸ ਦੀ ਆੜ ਦੇ ਵਿੱਚ, ਇਹ ਬਹੁਤ ਖਤਰਨਾਕ ਹੋਊਗਾ। ਇਸੇ ਕਰਕੇ ਮੀਡੀਆ ਦੀ ਹੋਰ ਵੀ ਅਹਿਮ ਭੂਮਿਕਾ ਹੈਗੀ, ਮੈਂ ਇਸ ਕਰਕੇ ਕਹਿਣਾ ਆ। ਤੇ ਇਹ ਲੋੜ ਹੈ ਇਸ ਵੇਲੇ, ਉਹ ਜਿਹੜੇ ਮੁੱਦੇ ਅਹਿਮ ਮੁੱਦੇ ਸੀ ਉਹਨਾਂ ਨੂੰ ਵਿਸਾਰਨ ਦੀ ਲੋੜ ਨਹੀਂ ਹੈ, ਰਾਦਰ ਉਹਨਾਂ ਨੂੰ ਕਨਫਰੰਟ ਕਰਕੇ ਤੇ ਰਿਜ਼ੋਲਵ ਕਰਨ ਦੀ ਲੋੜ ਹੈ। ਕੋਰਟਾਂ ਵਿੱਚ ਗਏ ਆ, ਕੋਰਟਾਂ ਨੇ ਪਹਿਲਾਂ ਵੀ ਕੋਈ ਬਹੁਤ ਚੰਗੀ ਹਮਦਰਦੀ ਪਬਲਿਕ ਦੇ ਨਾਲ ਨਹੀਂ ਦਿਖਾਈ, ਜੋ ਪਹਿਲਾਂ ਫੈਸਲੇ ਵੀ ਦਿੱਤੇ ਸੀ ਜ਼ਿਆਦਾ ਉਹਨਾਂ ਨੂੰ ਸਰਕਾਰ ਵੱਲ ਹੀ ਵਾਪਸ ਕਰਤਾ। ਤੇ ਇਹ ਵੀ ਹੁਣ ਸਰਕਾਰ ਨੂੰ ਹੀ ਵਾਪਸ ਕਿਹਾ ਕਿ ਤੁਸੀਂ ਆਪਣਾ ਨੋਟਿਸ ਜਾਰੀ ਕਰਕੇ ਕਿਹਾ ਕਿ ਤੁਸੀਂ ਆਪਣਾ ਜਵਾਬ ਦਿਓ, ਜੋ ਸਰਕਾਰਾਂ ਜਿਹੜੀ ਇੱਕ ਕੋਰਟਾਂ ਦਾ ਇੱਕ ਤੌਰ ਤਰੀਕੇ ਹੁੰਦੇ ਆ। ਮੈਨੂੰ ਇਹ ਲੱਗਦਾ ਕਿ ਉਹਦਾ ਜਿਹੜਾ ਜੇ ਉਹਨੂੰ ਸੀਰੀਅਸਲੀ ਇਹਨਾਂ ਅਪੀਲਾਂ ਨੂੰ ਲਿਆ ਜਾਏ ਤਾਂ ਇਹ ਇੱਕ ਮੈਂ ਸਮਝਦਾ ਕਿ ਸੰਵਿਧਾਨ ਦੀ ਬੇਸਿਕ ਜਿਹੜੀ ਉਹਦੀ ਸਪਿਰਿਟ ਹੈ, ਉਹਦੀ ਆਤਮਾ ਆ, CAA ਜਿਹੜਾ ਆਉਣਾ ਜਿਸ ਰੂਪ ਚ ਆਇਆ, ਉਸ ਆਤਮਾ ਦੇ ਉੱਤੇ ਹਮਲਾ ਆ। ਇਹ ਕੰਟਰੀ ਦੁਬਾਰਾ ਕਦੀ ਵੀ ਸੈਕੂਲਰ ਕੰਟਰੀ ਨਹੀਂ ਹੋਊਗਾ ਜੇ ਕੋਰਟਾਂ ਨੇ ਆਪਣੀ ਭੂਮਿਕਾ ਨਿਭਾ ਕੇ ਆਪਣੀ ਜੁਰਤ ਤੇ ਇਮਾਨਦਾਰੀ ਦੇ ਨਾਲ ਹੁਣ ਇਸ ਗੱਲ ਦੇ ਵਿੱਚ ਮੋੜਾ ਨਾ ਦਿੱਤਾ। ਇੱਕ ਵਾਰੀ ਇਹਨਾਂ ਦੀ ਕੋਰਟ ਵਿੱਚ ਬਾਲ ਫਿਰ ਹੈਗਾ। ਮੇਰਾ ਖਿਆਲ ਹੈ ਕਿ ਕੋਰਟ ਦਾ, ਸੁਪਰੀਮ ਕੋਰਟ ਦਾ ਅਹਿਮ ਭੂਮਿਕਾ ਹੋਣੀ ਚਾਹੀਦੀ ਹੈ। ਜਿੱਥੇ ਮੈਂ ਇਹ ਉਮੀਦ ਕਰ ਰਿਹਾ ਕਿ ਹੋਣੀ ਚਾਹੀਦੀ ਹੈ, ਉੱਥੇ ਮੈਨੂੰ ਦੂਸਰੇ ਮੇਰੇ ਮਨ ਵਿੱਚ ਹੈ ਕਿ ਇਹਨਾਂ ਨੇ ਬਹੁਤਾ ਕੁਝ ਸ਼ਾਇਦ ਨਾ ਕਰਨ, ਇਹ ਲੋਕਾਂ ਨੂੰ ਸੜਕਾਂ ਤੇ ਲੜ ਕੇ ਹੀ ਦੁਬਾਰਾ ਸੰਵਿਧਾਨ ਦੇ ਵਿੱਚ ਉਸ ਕਿਸਮ ਦੀ ਬਹਾਲੀ ਕਰਨੀ ਪਊਗੀ ਜੋ ਇਹ CAA ਦੇ ਆਉਣ ਦੇ ਵਿੱਚ ਇੱਕ ਧਰਮ ਨਿਰਪੱਖ ਦੇਸ਼ ਨਾ ਰਹਿਣ ਵੱਲ ਇੱਕ ਵੱਡਾ ਕਦਮ CAA ਲਿਆ ਕੇ ਕੀਤਾ ਗਿਆ ਹੈ। ਮੰਦੀ ਬਿਲਕੁਲ ਪ੍ਰੋਫੈਸਰ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ ਹੈ ਕਿ ਧਰਮ ਨਿਰਪੱਖਤਾ ਤੇ ਹੈ ਜਿਹੜੀ ਆਣ ਪਈ ਹੈ। CAA ਜਿਹੜਾ ਹੈ ਸਾਡੇ ਸੰਵਿਧਾਨ ਦੀ ਜਿਹੜੀ ਹੈ ਮੇਨ ਵਿਚਾਰਧਾਰਾ ਕਿ ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਉਸ ਤੇ ਸਿੱਧਾ ਹਮਲਾ ਹੈ। ਤੇ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਜਿਹੜੇ ਇਸ ਫੈਸਲੇ ਨੂੰ ਜ਼ਰੂਰ ਰਿਵਿਊ ਕਰੇਗੀ। ਪ੍ਰੋਫੈਸਰ ਸਾਹਿਬ, ਹੁਣ ਸਮਾਂ ਸਾਡੇ ਕੋਲ ਘੱਟ ਹੀ ਹੈ। ਜੇ ਅਸੀਂ ਜੰਮੂ ਕਸ਼ਮੀਰ ਦੀ ਗੱਲ ਕਰ ਲਈਏ, ਜੰਮੂ ਕਸ਼ਮੀਰ ਵਿੱਚ ਫਿਰ ਅੱਤਵਾਦੀ ਹਮਲਾ ਹੋਇਆ, 2 ਜਵਾਨ ਸ਼ਹੀਦ ਹੋਏ। ਉਹਦੇ ਦੂਜੇ ਪਾਸੇ ਸਰਕਾਰ ਆਪਣੇ ਕੰਮ ਵਿੱਚ ਲੱਗੀ ਹੋਈ ਹੈ। ਸਰਕਾਰ ਜਿਹੜੀ ਆ ਰਿਹਾਇਸ਼ੀ ਪ੍ਰਮਾਣ ਪੱਤਰ ਜਾਰੀ ਕਰ ਰਹੀ ਹੈ, ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਅਸੀਂ ਸਾਨੂੰ ਇਹ ਸਵੀਕਾਰ ਨਹੀਂ। ਇਹ ਬੜੇ ਅਫਸੋਸ ਦੀ ਗੱਲ ਹੈ ਔਰ ਅਸੀਂ ਇਸੇ ਤਰੀਕੇ ਨਾਲ ਲਗਾਤਾਰ ਇਹ ਖਬਰ ਦਿੰਦੇ ਰਵਾਂਗੇ। ਮੈਨੂੰ ਲੱਗਦਾ ਕਿ ਕਸ਼ਮੀਰ ਇੰਨਾ ਸੋਹਣਾ ਇੱਕ ਦੇਸ਼ ਮਤਲਬ ਜਗ੍ਹਾ ਹੈਗੀ ਆ, ਇੰਨੀ ਸੋਹਣੀ ਜਗ੍ਹਾ, ਮੈਂ ਆਪ ਉੱਥੇ ਰਹਿ ਕੇ ਦੇਖ ਕੇ ਆਇਆ, ਲੋਕ ਵੀ ਬਹੁਤ ਵਧੀਆ ਆ, ਰੱਬ ਨੇ ਸਪੈਸ਼ਲ ਜਗ੍ਹਾ ਬਣਾਈ ਹੈ। ਔਰ ਉੱਥੇ ਲਗਾਤਾਰ ਜਦੋਂ ਖੂਨ ਖਰਾਬੇ ਦੀਆਂ, ਭਾਵੇਂ ਉਹ ਸਾਡੇ ਸਿਪਾਹੀ ਸ਼ਹੀਦ ਹੁੰਦੇ ਆ ਜਾਂ ਸਾਡੇ ਆਪਣੇ ਹੀ ਕਸ਼ਮੀਰੀ ਸ਼ਹੀਦ ਹੁੰਦੇ ਆ, ਉਸ ਨੂੰ ਤੁਸੀਂ ਟੈਰਰਿਸਟ ਕਹਿਣ ਨਾਲ ਇਹ ਨਹੀਂ ਕਿ ਉਹਨਾਂ ਦੀ ਸ਼ਹਾਦਤ ਘਟ ਜਾਂਦੀ ਹੈ। ਇਸੇ ਤਰੀਕੇ ਨਾਲ ਜਿਹੜੇ ਸਿਪਾਹੀ ਸਾਡੇ ਉੱਥੇ ਬਾਰਡਰ ਤੇ ਰੱਖਿਆ ਲਈ, ਜਿਨ੍ਹਾਂ ਨੂੰ ਇਸ ਕੰਮ ਲਈ ਉਹਨਾਂ ਦੇ ਡਿਊਟੀ ਬਾਉਂਡ ਹੈ, ਜਦੋਂ ਉਹ ਵੀ ਹੁੰਦੇ ਆ ਤੇ ਉਹ ਵੀ ਉਸੇ ਕਿਸਮ ਦਾ ਖੂਨ ਸਭ ਦਾ ਲਾਲ ਹੈਗਾ। ਇਸ ਕਰਕੇ ਅਸੀਂ ਇਹੀ ਪ੍ਰਾਰਥਨਾ ਉਮੀਦ ਕਰਦੇ ਹਾਂ ਕਿ ਇਹ ਬੰਦ ਹੋਣਾ ਚਾਹੀਦਾ। ਪਰ ਜਿਸ ਢੰਗ ਨਾਲ ਸਰਕਾਰ ਨੇ ਇੱਕ ਸੂਬੇ ਨੂੰ ਤੋੜ ਕੇ ਯੂਨੀਅਨ ਟੈਰੀਟਰੀ ਬਣਾ ਕੇ ਇਹ ਉਮੀਦ ਦੇ ਕੇ ਕਿ ਅਸੀਂ ਬਹੁਤ ਵੱਡੀ ਇੰਪਲਾਇਮੈਂਟ ਕਰਾਂਗੇ, ਕਿਸੇ ਨੂੰ ਬੇਰੁਜ਼ਗਾਰ ਨਹੀਂ ਰਹਿਣ ਦਿਆਂਗੇ, ਅਸੀਂ ਇੱਥੇ ਸਾਰਾ ਕੁਝ ਹਰਾ ਭਰਾ ਕਰ ਦਿਆਂਗੇ, ਸਭ ਲੋਕ ਕਸ਼ਮੀਰ ਦੀ ਆਜ਼ਾਦੀ ਵਾਲਾ ਮਾਮਲਾ ਬਿਲਕੁਲ ਭੁੱਲ ਜਾਣਗੇ,
ਅਸੀਂ ਉਸ ਦਿਨ ਵੀ ਕਹਿੰਦੇ ਸੀ ਇਹ ਬਿਲਕੁਲ ਤਰੀਕਾ ਗਲਤ ਆ, ਆਬਜੈਕਟਿਵ ਭਾਵੇਂ ਠੀਕ ਹੋਵੇ ਸਰਕਾਰਾਂ ਵੱਲੋਂ, ਪਰ ਉਹ ਬਿਲਕੁਲ ਤਰੀਕਾ ਰਸਤਾ ਗਲਤ ਆ। ਅੱਜ ਉਸ ਰਸਤੇ ਦੇ ਵਿੱਚ ਜਿਹੜੇ ਨਵੇਂ ਅਸੀਂ ਰੋਜ਼ ਕੰਡਿਆਂ ਦਾ ਪੈਰਾਂ 'ਚ ਲੱਗਦੇ ਸਾਡੇ ਉਹਦਾ ਮਹਿਸੂਸ ਕਰ ਰਹੇ ਹਾਂ, ਉਹਦੀ ਦਰਦ ਪੀੜਾ ਮਹਿਸੂਸ ਕਰ ਰਹੇ ਹਾਂ। ਕਦੀ ਸਾਡੇ ਨੌਜਵਾਨ ਸ਼ਹੀਦ ਹੁੰਦੇ ਆ, ਵੱਡੇ ਰੈਂਕਾਂ ਦੇ ਕਰਨਲ ਤੱਕ ਕੈਪਟਨ ਤੱਕ ਹੋ ਜਾਂਦੇ ਆ। ਇਸ ਤਰੀਕੇ ਨਾਲ ਨੌਜਵਾਨ ਉੱਥੇ ਦੇ ਰੋਜ਼ ਜਿਹੜੇ ਮਾਰੇ ਜਾ ਰਹੇ ਆ ਪੁਲਿਸ ਦੇ ਜਾਂ ਇਹਨਾਂ ਦੇ ਡਿਫੈਂਸ ਫੋਰਸ ਦੇ ਹੱਥੋਂ, ਇੱਕ ਅਤੀ ਅਫਸੋਸ ਵਾਲੀ ਗੱਲ ਹੈ। ਮੇਰਾ ਖਿਆਲ ਅਜੇ ਵੀ ਸਰਕਾਰ ਨੂੰ ਇਸ ਅਪਰੋਚ ਤੋਂ ਰਿਵਿਊ ਕਰਨਾ ਚਾਹੀਦਾ, ਨਹੀਂ ਤੇ ਇਹ ਪੈਲੇਸਟੀਨ ਵਾਂਗੂ, ਮੈਂ ਤੇ ਲਗਾਤਾਰ ਇਹ ਕਹਿਣਾ, ਪੈਲੇਸਟੀਨ ਵਾਂਗੂ ਇੱਕ ਹੌਟ ਸਪੌਟ ਪਰਮਾਨੈਂਟ ਬਣ ਜਾਊਗਾ, ਜਿਹਦਾ ਫਾਇਦਾ ਚੀਨ ਔਰ ਹੋਰ ਦੇਸ਼ ਜ਼ਰੂਰ ਉਠਾਉਣਗੇ। ਉਹ ਪਹਿਲਾਂ ਵੀ ਇਸ ਦਾ ਫਾਇਦਾ ਉਠਾ ਰਹੇ ਆ। ਮਨਦੀਪ, ਬਿਲਕੁਲ ਪ੍ਰੋਫੈਸਰ ਸਾਹਿਬ, ਤੁਸੀਂ ਇਹ ਹਿੰਟ ਦਿੱਤਾ ਹੈ। ਅਸੀਂ ਨੇਪਾਲ ਦੀ ਜੇ ਜਾਂਦੇ ਜਾਂਦੇ ਮੈਂ ਗੱਲ ਕਰ ਲਾਂ ਤਾਂ ਨੇਪਾਲ ਨੇ ਆਪਣਾ ਨਵਾਂ ਨਕਸ਼ਾ ਜਾਰੀ ਕੀਤਾ, ਜਿਹਦੇ ਵਿੱਚ ਭਾਰਤ ਦੇ ਕਈ ਖੇਤਰ ਜਿਹੜੇ ਉਸਨੇ ਸ਼ੋਅ ਕੀਤੇ ਨੇ, ਜਿਹਦੇ ਬਾਰੇ ਕਾਫੀ ਜਿਹੜਾ ਰੌਲਾ ਪੈ ਰਿਹਾ। ਇਸ ਦੇ ਨਾਲ ਹੀ ਹੁਣ ਜੇ ਅਸੀਂ ਟੀਵੀ ਆਨਲਾਈਨ ਸਟੱਡੀ ਦੀ ਗੱਲ ਮੈਂ ਇੱਕ ਥੋੜ੍ਹੇ ਸ਼ਬਦਾਂ ਵਿੱਚ ਕਰਨੀ ਚਾਹਾਂਗੀ ਕਿ ਆਨਲਾਈਨ ਸਟੱਡੀ ਜੋ ਸਰਕਾਰ ਨੇ ਕਿਹਾ ਹੈ ਕਿ ਪੜ੍ਹਾਈ ਦਾ ਨਵਾਂ ਜਿਹੜਾ ਤਰੀਕਾ ਸ਼ੁਰੂ ਕੀਤਾ ਜਾਵੇਗਾ ਵੈਸਟਰਨ ਕੰਟਰੀਜ਼ ਦੀ ਤਰਜ਼ 'ਤੇ, ਪਰ ਅਸੀਂ ਸਰਕਾਰ ਨੂੰ ਰਿਐਲਿਟੀ ਦੱਸਣਾ ਚਾਹੁੰਦੇ ਹਾਂ ਕਿ ਪਿੰਡਾਂ ਦੇ ਵਿੱਚ 15% ਕੋਲ ਵਾਈਫਾਈ ਹੈ, ਸ਼ਹਿਰਾਂ ਵਿੱਚ 42% ਕੋਲ ਵਾਈਫਾਈ ਹੈ, ਅਤੇ ਲੈਪਟਾਪ ਤਾਂ ਮਸਾਂ 10 ਤੋਂ 12% ਬੱਚਿਆਂ ਕੋਲ ਨੇ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਵਾਈਫਾਈ ਸਟੱਡੀ ਨਾਲ ਸੱਚਮੁੱਚ ਹੀ 33 ਕਰੋੜ ਬੱਚਿਆਂ ਦਾ ਭਵਿੱਖ ਜਿਹੜਾ ਉਹ ਦਾਅ 'ਤੇ ਲੱਗ ਗਿਆ ਹੈ। ਪ੍ਰੋਫੈਸਰ ਸਾਹਿਬ, ਹੁਣ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਅਸੀਂ ਇਜਾਜ਼ਤ ਲੈ ਲੈਂਦੇ ਹਾਂ ਦਰਸ਼ਕਾਂ ਤੋਂ। ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ। ਬਹੁਤ ਬਹੁਤ ਸ਼ੁਕਰੀਆ ਮਨਦੀਪ, ਔਰ ਜਿਸ ਢੰਗ ਨਾਲ ਤੁਸੀਂ ਬਹੁਤ ਸੁਹਿਰਦਤਾ ਦੇ ਨਾਲ ਰੋਜ਼ ਇਸ ਬੁਲੇਟਿਨ ਨੂੰ ਜਾਰੀ ਕਰਦੇ ਹੋ, ਤੁਹਾਡਾ ਖਾਸ ਸ਼ੁਕਰੀਆ, ਔਰ ਤੁਹਾਡੀ ਸਾਰੀ ਟੀਮ ਦਾ ਔਰ ਸਾਡੇ ਸਰੋਤਿਆਂ ਦਾ ਬਹੁਤ ਧੰਨਵਾਦ ਜੀ। ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇਸੇ ਸਮੇਂ ਲਈ। ਤਦ ਤੱਕ ਲਈ ਮੈਨੂੰ ਮਨਦੀਪ ਕੌਰ ਖਾਲਸਾ ਨੂੰ ਦਿਓ ਆਗਿਆ। ਧੰਨਵਾਦ ਜੀ।